ਦੱਖਣੀ ਓੰਕਾਰ ਰਾਮਕਲੀ ਮਹੱਲਾ ਪਹਿਲਾ। ਦਾਸ ਨੂੰ ਸਿੰਘਾਂ ਵੱਲੋਂ ਹੁਕਮ ਹੋਇਆ ਸੀ ਕਿ ਜੋ ਰਾਮਕਲੀ ਰਾਗ ਦੇ ਵਿੱਚ ਅੰਮ੍ਰਿਤਮਈ ਅਗੰਮੀ ਇਲਾਹੀ ਧੁਰ ਕੀ ਬਾਣੀ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਮੁਖਾਰ ਬਿੰਦ ਤੋਂ ਉਚਾਰਨ ਕੀਤੀ ਹੋਈ ਦੱਖਣੀ ਓੰਕਾਰ ਇਸ ਬਾਣੀ ਦੇ ਕੇਵਲ ਪਦ ਅਰਥ ਇੱਕ ਹੁੰਦੀ ਆ ਵਿਚਾਰ ਵਿਸਥਾਰ ਪੂਰਵਕ। ਵਿਸਥਾਰ ਪੂਰਵਕ ਉਹ ਹੁੰਦੀ ਆ ਵੀ ਗੁਰਬਾਣੀ ਦੀ ਇੱਕ ਪੰਕਤੀ ਦੇ ਉੱਪਰ ਕਈ ਤਰ੍ਹਾਂ ਦੇ ਪ੍ਰਮਾਣ ਦੇ ਕੇ ਗੁਰ ਇਤਿਹਾਸ ਵਿੱਚੋਂ ਗੁਰੂ ਕੀ ਸਾਖੀ ਗੁਰਬਾਣੀ ਦੇ ਪ੍ਰਮਾਣ ਗੁਰਮਤਿ ਅਨੁਸਾਰ ਭਾਈ ਗੁਰਦਾਸ ਦੀਆਂ ਵਾਰਾਂ ਕਵਿੱਤ ਦਸਵੇਂ ਪਾਤਸ਼ਾਹ ਦੀ ਬਾਣੀ ਭਾਈ ਨੰਦ ਲਾਲ ਜੀ ਦੇ ਪ੍ਰਮਾਣ ਜਾਂ ਹੋਰ ਜਿਹੜੇ ਸਤਿਕਾਰਯੋਗ ਧਾਰਮਿਕ ਗ੍ਰੰਥ ਨੇ ਦੂਸਰੇ ਧਰਮਾਂ ਦੇ, ਉਹਨਾਂ ਦੇ ਪ੍ਰਮਾਣ, ਇਹ ਸਾਰੇ ਪ੍ਰਮਾਣਾਂ ਦੇ ਸਹਿਤ ਇੱਕ ਵਿਸ਼ੇ ਨੂੰ, ਉਹ ਕੋਈ ਵੀ ਵਿਸ਼ਾਇਕ ਨਹੀਂ, ਓੰਕਾਰ ਸਤਨਾਮ ਕਰਤਾ ਪੁਰਖ, ਇਹ ਇੱਕ ਇੱਕ ਸ਼ਬਦ ਤੇ ਕਈ ਕਈ ਪ੍ਰਮਾਣ ਦੇ ਕੇ ਗਿਆਨੀ ਲੋਕ, ਵਿਦਵਾਨ ਲੋਕ, ਬੁੱਧੀਜੀਵ ਲੋਕ ਲੰਮੀ ਵਿਚਾਰ ਕਰੀ ਜਾਂਦੇ ਨੇ। ਪਰਦਾਸ ਨੂੰ ਸਿੰਘਾਂ ਦਾ ਹੁਕਮ ਸੀ ਕਿ ਇਸ ਅੰਮ੍ਰਿਤਮਈ ਬਾਣੀ ਦੀ ਵਿਚਾਰ ਕੇਵਲ ਜ਼ਿਆਦਾ ਗਹਿਰਾਈ ਚ ਨਾ ਹੋਵੇ। ਪਦ ਅਰਥ, ਪਦ ਕਹਿੰਦੇ ਨੇ ਸ਼ਬਦ ਨੂੰ, ਸ਼ਬਦ ਦਾ ਇੱਕ ਇੱਕ ਅਰਥ ਜਾਂ ਇੱਕ ਸ਼ਬਦ ਦੇ ਦੋ ਚਾਰ ਅਰਥ ਕਰਕੇ ਇਹਨੂੰ ਕਹਿੰਦੇ ਨੇ ਪਦ ਅਰਥਾਂ ਦੇ ਸਹਿਤ ਵਿਚਾਰ। ਇਸ ਕਰਕੇ ਇਹ ਜਿਹੜੀ ਅੰਮ੍ਰਿਤਮਈ ਬਾਣੀ ਰਾਮਕਲੀ ਰਾਗ ਦੇ ਵਿੱਚ ਜਿਹੜੇ ਸੁੰਦਰ ਗੁਟਕੀ ਸਾਹਿਬ ਆ, ਉਹਨਾਂ ਦੇ ਵਿੱਚ ਵੀ ਇਹ ਬਾਣੀ ਦਰਜ ਕੀਤੀ ਆ। ਬਹੁਤ ਸਿੰਘ ਐਸੇ ਨੇ ਚੜ੍ਹਦੀ ਕਲਾ ਵਾਲੇ ਜਿਹੜੇ ਦੱਖਣੀ ਓੰਕਾਰ ਬਾਣੀ ਦਾ ਨਿਤਨੇਮ ਵੀ ਕਰਦੇ ਨੇ। ਦਰਅਸਲ ਵਿਦਵਾਨਾਂ ਨੇ ਇਸ ਬਾਣੀ ਦਾ ਨਾਮ ਓੰਕਾਰ ਮੰਨਿਆ। ਦੱਖਣੀ ਰਾਮਕਲੀ ਰਾਗ ਦੀ ਇੱਕ ਕਿਸਮ ਹੈ। ਕਿਸਮ ਤੋਂ ਅਰਥ ਜਿਵੇਂ ਰਾਗਨੀ ਰਾਮਕਲੀ ਵੀ ਆਉਂਦਾ, ਰਾਮਕਲੀ ਦੱਖਣੀ ਵੀ ਆਉਂਦਾ। ਇਹ ਕਈ ਸ਼ਬਦ ਇਸ ਤਰ੍ਹਾਂ ਦੇ ਤੁਹਾਨੂੰ ਪੜ੍ਹਨ ਦੇ ਵਿੱਚ ਮਿਲ ਜਾਣੇ ਆ। ਬਲਾਵਲ ਰਾਗ ਦੇ ਵਿੱਚ ਵੀ ਮੈਂ ਇੱਕ ਸ਼ਬਦ ਪੜ੍ਹਿਆ ਸੀ, ਬਲਾਵਲ ਮਹੱਲਾ ਪਹਿਲਾ ਛੰਤ ਦੱਖਣੀ। ਇਸ ਕਰਕੇ ਓੰਕਾਰ ਬਾਣੀ ਦਾ ਨਾਮ ਹੈ। ਦੱਖਣੀ ਇੱਕ ਕਿਸਮ ਹੈ। ਹੁਣ ਆਪ ਆਪਣੀ ਬੁੱਧ ਹੈ ਜੀਤੀ,
ਵਰਨਤ ਭਿੰਨ ਭਿੰਨ ਤੋਹੇ ਤੇਤੀ। ਗੁਰੂ ਕਿਰਪਾ ਕਰੇ ਬੁੱਧੀ ਦੇ ਮੁਤਾਬਕ ਗੁਰਬਾਣੀ ਦੇ ਕਦੇ ਅਰਥ ਨਹੀਂ ਹੋ ਸਕਦੇ। ਹਾਂ, ਅਰਥ ਬੁੱਧੀ ਨਹੀਂ ਕਰਨੇ ਆ, ਕਿਉਂਕਿ ਜਿਹੜੀ ਵਿਚਾਰ ਆ ਉਹ ਬੁੱਧੀ ਵਿੱਚੋਂ ਆਉਂਦੀ ਆ। ਬੁੱਧੀ ਨੇ ਬੋਲਣਾ। ਇੱਕ ਬੁੱਧੀ ਹੈ ਕਨਿਸ਼ਟ, ਨਿਸ਼ਦ ਵੀ ਕਹਿ ਦਿੰਦੇ ਨੇ ਇਹਨੂੰ, ਗੰਦੀ ਬੁੱਧੀ, ਭੈੜੀ ਬੁੱਧੀ, ਮੈਲ ਦੇ ਸਹਿਤ, ਵਿਕਾਰਾਂ ਦੇ ਸਹਿਤ, ਵਿਖੇਪ, ਮਲ, ਆਵਰਨ, ਇਹ ਤਿੰਨ ਤਰ੍ਹਾਂ ਦੇ ਦੋਸ਼ ਮੰਨੇ ਆ ਬੁੱਧੀ ਵਿੱਚ। ਇਹਨਾਂ ਦੋਸ਼ਾਂ ਦੇ ਸਹਿਤ ਉਹਨੂੰ ਆਪਾਂ ਕਹਿ ਦਿੰਦੇ ਆ ਵੀ ਇਹਦੀ ਬੁੱਧੀ ਗੰਦੀ ਹੈ। ਜਿਸ ਬੁੱਧੀ ਦੇ ਵਿੱਚੋਂ ਗੰਦੀ ਵਿਚਾਰ ਆਉਂਦੀ ਹੈ, ਜਿਸ ਬੁੱਧੀ ਦੇ ਵਿੱਚੋਂ ਵਿਕਾਰਾਂ ਦੀ ਬਦਬੂ ਆਉਂਦੀ ਆ, ਜਿਸ ਬੁੱਧੀ ਦੇ ਵਿੱਚੋਂ ਮੈਲ ਦੀ ਵਿਚਾਰ, ਉਹ ਬੁੱਧੀ ਬੜੀ ਗੰਦੀ ਹੈ, ਨਿਸ਼ਦ ਬੁੱਧੀ ਹੈ। ਇੱਕ ਬੁੱਧੀ ਹੈ, ਇਹਨੂੰ ਗ੍ਰੰਥਾਂ ਦੇ ਵਿੱਚ ਵਿਹੀਤ ਕਰਮ ਮੰਨਿਆ। ਵਿਹੀਤ ਕਹਿੰਦੇ ਨੇ ਗ੍ਰੰਥਾਂ ਦੇ ਮੁਤਾਬਕ ਸ਼ੁਭ ਕਰਮ ਕਰਨੇ, ਚੰਗੇ ਕਰਮ ਕਰਨੇ, ਸਤ, ਸੰਤੋਖ, ਦਇਆ, ਧਰਮ, ਵਿਵੇਕ, ਗਿਆਨ। ਸ਼ੁਭ ਕਰਮਾਂ ਦੇ ਸਹਿਤ ਬੁੱਧੀ ਹੋਣੀ। ਜੋ ਗ੍ਰੰਥ ਕਹਿੰਦੇ ਨੇ ਉਹਨਾਂ ਗ੍ਰੰਥਾਂ ਦੇ ਮੁਤਾਬਕ ਆਪਣੇ ਜੀਵਨ ਨੂੰ ਢਾਲਣਾ, ਇਹ ਉੱਜਲ ਬੁੱਧੀ ਹੈ, ਸ਼ੁਭ ਹੈ। ਚੰਗੀ ਕਹਿ ਲਵੋ, ਸ੍ਰੇਸ਼ਟ ਕਹਿ ਲਵੋ, ਗਿਆਨ ਦੇ ਸਹਿਤ ਕਹਿ ਲਵੋ, ਤਤ ਬੋਧ ਦੇ ਸਹਿਤ ਕਹਿ ਲਵੋ, ਗੁਰਮਤਿ ਵਾਲੀ ਬੁੱਧੀ ਕਹਿ ਲਵੋ। ਬੁੱਧੀ ਇੱਕ ਹੀ ਹੈ, ਪਰ ਕਿਸੇ ਦੀ ਬਹੁਤ ਜ਼ਿਆਦਾ ਵਿਕਾਰਾਂ ਦੇ ਸਹਿਤ ਗੰਦੀ ਬੁੱਧੀ ਹੋਈ ਪਈ ਹੈ। ਕਿਸੇ ਦਾ ਆਭਾਸ ਬਹੁਤ ਜ਼ਿਆਦਾ ਗੰਦਾ ਹੈ, ਮੈਲਾ ਬੜਾ, ਮਨ ਮੈਲਾ, ਚਿੱਤ ਮੈਲਾ, ਵਿਚਾਰ ਮੈਲੀ, ਕਰਮ ਮੈਲੇ, ਕਰਮ ਮਾੜੇ। ਇੱਕ ਗੁਰਮੁਖ, ਜਿਨ੍ਹਾਂ ਦਾ ਮਨ ਚੰਗਾ, ਬੁੱਧੀ ਚੰਗੀ, ਵਿਚਾਰ ਚੰਗੀ, ਕਰਮ ਚੰਗੇ। ਇਹ ਵੇਖਣ ਦੇ ਵਿੱਚ ਦ੍ਰਿਸ਼ਟਮਾਨ ਸਹਿਤ ਦੋ ਤਰ੍ਹਾਂ ਦੀ ਬੁੱਧੀ ਆਪਾਂ ਨੂੰ ਦਿਸਦੀ ਆ ਸੰਸਾਰੀ ਬੰਦਿਆਂ ਦੀ। ਇਹਨੂੰ ਇਉਂ ਕਹਿ ਲੈਂਦੇ ਆ ਵੀ ਇੱਕ ਮਨਮੁਖ, ਇੱਕ ਗੁਰਮੁਖ। ਪਰ ਇੱਕ ਜਿੱਥੇ ਬੁੱਧੀ ਹੈ ਹੀ ਨਹੀਂ, ਬੜੀ ਗਹਿਰੀ ਵਿਚਾਰ ਆ ਥੋੜੀ ਜੀ, ਇੱਥੇ ਮੈਨੂੰ ਥੋੜੀ ਜੀ ਵਿਚਾਰ ਖੋਲਣੀ ਪੈਣੀ ਹੈ। ਜਿੱਥੇ ਬੁੱਧੀ ਨਹੀਂ, ਕਿਉਂਕਿ ਗੁਰਬਾਣੀ ਦੇ ਅਰਥ ਕੋਈ ਕਰ ਹੀ ਨਹੀਂ ਸਕਦਾ, ਹੋ ਰਹੇ ਆ, ਇਹ ਨਹੀਂ ਗੱਲ ਕਿ ਨਹੀਂ, ਅਰਥ ਤੇ ਬੁੱਧੀ ਨਹੀਂ ਕਰਨੇ ਆ। ਮਹਾਂਪੁਰਖ ਬਾਬਾ ਗੁਰਬਚਨ ਸਿੰਘ ਉਹਨਾਂ ਨੇ ਅਰਥ ਕੀਤੇ, ਫਿਰ ਮਹਾਂਪੁਰਖ ਸਾਧੂ ਜਿੰਨੇ ਰਾੜੇ ਵਾਲੇ ਹੋਏ ਆ ਉਹਨਾਂ ਨੇ ਅਰਥ ਕੀਤੇ। ਫਿਰ ਫਰੀਦਕੋਟ ਵਾਲਿਆਂ ਦਾ ਟੀਕਾ ਆਪਾਂ ਪੜ੍ਹਦੇ ਹਾਂ, ਉਹਨਾਂ ਦੇ ਅਰਥ। ਅਮੀਰ ਭੰਡਾਰ, ਉਹ ਵੀ ਅਰਥ ਹੈ। ਅਰਥ ਤਾਂ ਬੁੱਧੀ ਕਰੇਗੀ, ਇਹ ਨਹੀਂ ਗੱਲ ਕਿ ਅਰਥ ਬੁੱਧੀ ਨੇ ਨਹੀਂ ਕਰਨੇ।
ਇਸੇ ਕਰਕੇ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਨੇ ਚੌਪਈ ਸਾਹਿਬ ਦੇ ਵਿੱਚ ਉਚਾਰਨ ਕੀਤਾ। ਮਹਾਰਾਜ ਕਹਿਣ ਲੱਗੇ, ਆਪ ਆਪਣੀ ਬੁੱਧ ਹੈ ਜੀਤੀ, ਵਰਨਤ ਭਿੰਨ ਭਿੰਨ ਤੋਹੇ ਥਿੱਤੀ। ਜਿੰਨੀ ਜਿੰਨੀ ਮਨੁੱਖ ਦੀ ਬੁੱਧੀ ਆ, ਮਸਕੀਨ ਸਾਹਿਬ ਦੱਸਦੇ ਹੁੰਦੇ ਸਨ, ਬੁੱਧੀ ਦੀ ਵੀ ਕੈਟਾਗਰੀ ਹੈ। ਕਿਸੇ ਦੀ ਵਿਸ਼ਾਲ ਹੈ ਬੁੱਧੀ, ਬਹੁਤ ਜ਼ਿਆਦਾ। ਗਿਆਨ ਰੂਪੀ ਸਮੁੰਦਰ ਦੇ ਵਿੱਚ ਕਈ ਲੋਕ ਇੰਨੇ ਗਹਿਰਾ ਉਤਰ ਜਾਂਦੇ ਆ, ਨਾ ਜਾਣੇ ਵੀ ਉੱਥੋਂ ਕਿਹੋ ਜਿਹੇ ਜਿਹੜੇ ਲਾਲ ਰੂਪੀ ਰਤਨ ਰੂਪੀ ਵਿਚਾਰ ਆ ਉਹ ਚੱਕ ਕੇ ਲਿਆਉਂਦੇ ਆ। ਜਦੋਂ ਸੁਣਦੇ ਆ, ਸੁਣ ਕੇ ਬੜਾ ਆਨੰਦ ਆਉਂਦਾ। ਉਹਨੂੰ ਕਹਿੰਦੇ ਅਨੁਭਵ ਦੇ ਵਿੱਚੋਂ। ਯਾਦ ਰੱਖਿਓ, ਇੱਕ ਹੁੰਦਾ ਰੱਟਾ, ਫਿਰ ਲੰਮੀ ਵਿਚਾਰ ਹੋ ਜਾਣੀ। ਇੱਕ ਤੇ ਰੱਟਾ ਹੋ ਗਿਆ। ਰੱਟਾ ਲਾਉਣਾ ਵੀ ਮਾੜੀ ਗੱਲ ਨਹੀਂ, ਇਹ ਵੀ ਸ਼ੁਭ ਬੁੱਧੀ, ਚੰਗੀ ਬੁੱਧੀ, ਸ੍ਰੇਸ਼ਟ ਬੁੱਧੀ ਦਾ ਕੰਮ ਹੈ। ਜੇ ਆਪਾਂ ਕਹਿ ਦਈਏ ਵੀ ਇਹ ਰੱਟਾ ਲਾਉਣਾ ਮਾੜੀ ਬੁੱਧੀ ਦਾ ਕੰਮ ਆ, ਰੱਟਾ ਹਾਂ ਦੁਨਿਆਵੀ ਕੰਮ ਲਈ ਮਾੜਾ ਹੈ। ਰੱਟਾ ਲਾਉਂਦੇ ਆ ਕਈ ਲੋਕ, ਮੈਂ ਇਸ ਤਰ੍ਹਾਂ ਦੇ ਦੇਖੇ ਆ, ਬੁਰੇ ਕਰਮ ਦੇ ਲਈ ਰੱਟਾ ਲਾਈ ਜਾਂਦੇ ਆ। ਔਰ ਇਹ ਵੀ ਯਾਦ ਰੱਖਿਓ, ਲੱਗਿਆ ਹੋਇਆ ਰੱਟਾ ਹੀ ਕਰਮ ਦਾ ਰੂਪ ਬਣ ਜਾਂਦਾ ਹੈ। ਬੁਰੇ ਕਰਮ ਦੇ ਲਈ ਅੰਦਰ ਵਿਚਾਰੀ ਜਾਣਾ, ਉਹ ਰੱਟਾ ਹੀ ਲੱਗਦਾ, ਹੋਰ ਕੀ ਆ। ਸ਼ੁਭ ਕਰਮ ਦੇ ਲਈ ਲੱਗਿਆ ਹੋਇਆ ਰੱਟਾ ਸ਼ੁਭ ਵਿਚਾਰ ਅੰਦਰ ਬਣਾ ਦਿੰਦਾ। ਸ਼ੁਭ ਵਿਚਾਰ ਦੇ ਨਾਲ ਸ਼ੁਭ ਕਰਮ ਬਣ ਜਾਂਦਾ। ਸ਼ੁਭ ਕਰਮ ਦੇ ਨਾਲ ਫਿਰ ਜਿਵੇਂ ਗੁਰਬਾਣੀ ਨੇ ਕਿਹਾ, ਮਹਾਰਾਜ ਦੇ ਬਚਨ ਆਪਾਂ ਪੜ੍ਹਦੇ ਹਾਂ, ਉਸਤਤ ਕਰਿਆ ਜਹਾਨ। ਚੰਗਾ ਕੰਮ ਕੀਤਾ ਤੇ ਲੋਕਾਂ ਨੇ ਉਸਤਤ ਕਰਨੀ ਆ, ਮਾੜਾ ਕੀਤਾ ਤੇ ਲੋਕਾਂ ਨੇ ਮਾੜਾ ਕਹਿਣਾ। ਰੱਟਾ। ਹੁਣ ਸ਼ੁਭ ਕਰਮ ਦੇ ਵਿੱਚ ਜਿਵੇਂ ਹੁਣ ਮੈਂ ਇਹ ਕਹਾਂ ਵੀ ਆਹ ਜਿਹੜੀ ਵਿਚਾਰ ਆਪਾਂ ਕਰਨੀ ਆ ਗੁਰਬਾਣੀ ਦੀ, ਇਹ ਗੁਰੂ ਸਾਹਿਬ ਦੀ ਬਖਸ਼ਿਸ਼ ਰਹਿਮਤ ਦੇ ਸਦਕਾ। ਹੁਣ ਇਹ ਸ਼ਬਦਾਂ ਦਾ ਇੱਕ ਰੱਟਾ ਲੱਗਦਾ। ਗਿਆਨੀ ਲੋਕ, ਇਹ ਬਹੁਤ ਵੱਡੀ ਗੱਲ ਹੈ, ਇਹ ਵੀ ਬੜੀ ਚੰਗੀ ਗੱਲ ਹੈ, ਛੋਟੀ ਗੱਲ ਨਹੀਂ ਗੀ। ਗੁਰਬਾਣੀ ਦੇ ਸ਼ਬਦ, ਸ਼ਬਦਾਂ ਦੇ ਅਰਥ। ਹੁਣ ਗੁਰਬਾਣੀ ਦੀ ਕੋਈ ਵੀ ਪੰਕਤੀ ਤੁਸੀਂ ਯਾਦ ਕਰਨੀ ਹੈ, ਜਿਵੇਂ ਮੈਂ ਇਹ ਓੰਕਾਰ ਬ੍ਰਹਮਾ ਉਤਪਤ ਓੰਕਾਰ ਕੀਆ ਜਿਨ ਚਿੱਤ, ਇਹ ਤਾਂ ਰੱਟਾ ਹੀ ਲਾਉਣਾ ਪੈਣਾ। ਓੰਕਾਰ ਬ੍ਰਹਮਾ, ਮੰਮੇ ਕਰਨਾ ਮਾਂ ਬੋਲਣਾ ਪੈਣਾ, ਬ੍ਰਹਮ ਨਹੀਂ ਕਹਿ ਸਕਦਾ। ਜਿਹੜੇ ਗਿਆਨੀ ਲੋਕ ਆ, ਹਾਂ ਕਦੇ ਉਚਾਰਨ ਕਰਦੇ ਆ, ਬੋਲਦੇ ਆ, ਗਲਤੀ ਹੋ ਜਾਂਦੀ ਆ, ਉਹ ਗੱਲ ਵੱਖਰੀ ਆ। ਪਰ ਰੱਟਾ ਤਾਂ ਇਸੇ ਤਰ੍ਹਾਂ ਹੀ ਲੱਗੇਗਾ। ਜੇ ਬ੍ਰਹਮਾ ਲਿਖਿਆ ਤੇ ਬ੍ਰਹਮਾ ਹੀ ਬੋਲਣਾ ਪੈਣਾ, ਜੇ ਓੰਕਾਰ ਆ ਤੇ ਓੰਕਾਰ ਹੀ ਬੋਲਣਾ ਪੈਣਾ। ਇੱਕ ਹੁੰਦਾ ਰੱਟਾ। ਰੱਟਾ ਵੇਖੋ, ਵੱਖ-ਵੱਖ ਵਿਦਵਾਨ, ਵੱਖ-ਵੱਖ ਗੁਣੀ ਗਿਆਨੀ, ਵੱਖ-ਵੱਖ ਵਿਦਿਆ ਦੇ ਮਾਰਦੰਡ, ਜਿਨ੍ਹਾਂ ਨੇ ਆਪਣੀ ਸ਼ੁੱਧ ਬੁੱਧੀ ਦੇ ਅਨੁਭਵ ਦੇ ਨਾਲ, ਸ਼ੁੱਧ ਬੁੱਧੀ ਮੈਂ ਕਿਹਾ ਕਿਉਂਕਿ ਮਾੜੀ ਬੁੱਧੀ ਦੇ ਵਿੱਚ ਤਾਂ ਇਹ ਵੀ ਵਿਚਾਰ ਨਹੀਂ ਆਉਣੀ ਵੀ ਕਥਾ ਸੁਣ ਲਈਏ। ਉਹ ਨਾਸਤਕ ਬੰਦੇ ਆ, ਭੈੜੇ ਬੰਦੇ ਆ, ਉਹਨਾਂ ਦੇ ਕਰਮਾਂ 'ਚ ਹੀ ਨਹੀਂ। ਦਾਸ ਨੇ ਕਿਹਾ ਸ਼ੁੱਧ ਬੁੱਧੀ ਦੇ ਮੁਤਾਬਕ। ਇਹ ਬੜੀ ਗਹਿਰੀ ਵਿਚਾਰ ਆ। ਮੈਂ ਜਿਸ ਵੇਲੇ ਵਿਚਾਰ ਕੀਤੀ ਨਾ ਗ੍ਰੰਥਾਂ ਦੇ ਵਿੱਚ ਪੜ੍ਹਿਆ, ਬੁੱਧੀ ਨੇ ਹੀ ਬ੍ਰਹਮ ਰੂਪ ਹੋਣਾ, ਅਹੰਗ ਰੂਪ ਬੁੱਧੀ ਨਹੀਂ ਹੋਣਾ। ਬੁੱਧੀ ਮੈਲੀ ਹੋਈ ਪਈ ਹੈ। ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਵਿਚਾਰ। ਮਨ ਹੀ ਜੋਤ ਸਰੂਪ ਹੈ, ਪਰ ਮਨ ਮੈਲਾ ਹੋਇਆ ਪਿਆ। ਮਨ ਹੀ ਬੁੱਧੀ ਹੀ ਉਜਲ ਕਰਨੀ ਆ। ਪਰ ਇੱਕ ਜਿਹੜੇ ਬ੍ਰਹਮ ਗਿਆਨੀ ਮਹਾਪੁਰਸ਼ ਹੈ, ਸਾਧੂ ਹੈ, ਉਹਨਾਂ ਦੀ ਬੁੱਧੀ ਰਹੀ ਨਹੀਂ ਅਸਲ ਦੇ ਵਿੱਚ। ਜਿਹੜੀ ਅਨਾਤਮਕ ਬੁੱਧੀ ਆ ਨਾ, ਅਨਾਤਮਕ ਕਹਿੰਦੇ ਆ ਸੰਸਾਰ ਦੇ ਸਹਿਤ, ਜਿੱਥੇ ਮਨ ਦੀਆਂ ਵਿਚਾਰਾਂ, ਜਿੱਥੇ ਚਿੱਤ ਦੀ ਵਿਚਾਰ ਆ, ਜਿੱਥੇ ਹੰਕਾਰ ਦੀ ਵਿਚਾਰ ਹੈ, ਇਹ ਬੜੀ ਗਹਿਰੀ ਵਿਚਾਰ ਹੋਣੀ। ਜਿੱਥੇ ਪ੍ਰਪੰਚ ਹੈ, ਝੂਠ ਹੈ, ਜਿੱਥੇ ਕੂੜ ਦੀ ਕੰਧ ਹੈ, ਜਿੱਥੇ ਹਦੇ
सूक्ष्म भी है, अस्थूल भी है, ते सुखोपति भी है। ये संसारी बंदियां दी। ब्रह्म ज्ञानी कोल ये चीज़ रहिंदी नहीं, बुद्धि ब्रह्म रूप हो जाती। इनू कहते ब्रह्माकार वृत्ति। एक हुंदी आ ब्रह्माकार वृत्ति, एक हुंदी आ अनात्माकार वृत्ति। अनात्माकार साडी संसार जीव जिन्ने असीं हैं ना, दृष्टमान आवागमन के चक्कर च साडी वृत्ति है। ब्रह्माकार वृत्ति दे विच विचार खत्म हो जाती है। नो माइंड, निर्विकल्प समाधि, सावकल्प समाधि भी नहीं रहिंदी। सो लम्मी विचार हो जानी है। मेरा कहण तो भाव यह है, जदों असीं ये शब्दां दे अर्थ करांगे, हुण जिवें मैं दक्षिणी ओंकार की कथा गुरु साहब की किरपा नाल कर रहा, ये मैं जिहड़े गुणी ज्ञानी आ, प्रोफैसर साहब सिंह का टीका हो गया, अमीर भंडार का टीका हो गया, फरीदकोटियां का टीका हो गया, जां जिहड़े होर महापुरुष आ उन्हां दे टीके पढ़ लैने आ। वो की होया भी बुद्धि ने कर्म चंगा किया, रट्टा ला लिया, पर यह बुद्धि ब्रह्माकार वृत्ति वाली नहीं हुई। अज परोक्ष के सहित आ, अपरोक्ष के सहित नहीं। हुण परोक्ष ते अपरोक्ष ये भी डूंगी विचार हो जानी है। जानी मेरा निज स्वरूप हजे मैं निज स्वरूप नूं प्राप्त नहीं होया, ये मैं कह सकदा भी मेरी विरती चंगी होगी, उज्जल होगी, पर ब्रह्माकार बुद्धि नहीं हुई, जिथे बुद्धि रही नहीं। हुण याद रखियो, जिन्नी गुरबाणी है ब्रह्माकार वृत्ति दी। जिवें गुरु नानक ने कहा, महाराज कहन लगे, जैसी मैं आवै खसम की बाणी तैसड़ा करी ज्ञान वे लालो। खसम का अर्थ की है? जिथे मन नहीं, बुद्धि नहीं, चित्त नहीं, हंकार नहीं, सिद्धि उत्थों आ रही है जिथे कुछ है ही नहीं। ਉਹਦੇ बारे गुरबाणी ने कहा भी उत्थे सुन समाधि भी है नहीं। बहुत डूंगी विचार है, उत्थों आ रही जिथे है ही कुछ नहीं। इस करके फिर गुरबाणी दे अर्थ जिहड़े आ, अर्थां दा अंत नहीं हो सकता। आप अपनी बुद्धि है जीती। यही गल है भी अपनी बुद्धि मुताबक कलंगीधर पातशाह कहते भी भाई सारे ही अर्थ करते हैं, बहुत चंगी गल आ, शुद्ध अर्थ होई जाते हैं, पर जिन्ने मर्जी गहरे उतरी जाओ, मच्छी जिन्नी मर्जी गहरी उतरे, पर समुंदर का अंत तो नहीं ना, गहरे उतरते जाओ। इस करके बुद्धि मुताबक शुद्ध बुद्धि कह सकते हैं, गुरु की बख्शिश के रहमत के सदका। पर जिथे बुद्धि है ही नहीं, क्योंकि बुद्धि इन्हां शब्दां दे अर्थां की पकड़ नहीं कर सकती। एक रूप च तां पकड़ हो रही है, एक सिक्के दे दो पहलू है। एक रूप दे विच तां पहले पक्ष दे विच तां, फिर बेनती करा, पहले पक्ष विच तां पकड़ हो रही है, मैं अर्थ करी जाना। गुणी ज्ञानी लोग अनुभव दे विच उतर जाते, बहुत गहरा उतर जाते हैं। दरअसल जिहड़ी गुरबाणी दे शब्द का अर्थ है, ये अनुभव तो भी परे है। अनुभव जिथे अनुभव हुंदा ना, उत्थे भी थोड़ी जी बुद्धि, हाँ वो बुद्धि बहुत नेड़े पहुँच गई परमात्मा दे। अनुभव दे विचों निकलने अर्थ बहुत गहरी। मानो कि वह बंदा बहुत ज़्यादा विचार रूपी समुद्रां दे विच, ज्ञान रूपी समुद्र दे विच बहुत ज़्यादा गहरा उतर गया। जिमें जिमें गहरे उतरते जाते हैं, कई अजे उपर ही फिरते हैं। मैं कई बार विचार करता उन्होंने ग्रंथों मुताबक, शास्त्रां मुताबक, ये पता शास्त्रां मुताबक ही लगना, ग्रंथों के मुताबक बड़े गहरे गहरे अर्थ निकलते हैं, बड़े गहरे गहरे बहुत गहरे अर्थ निकल जाते हैं। फिर सोचीदा भी क्या बात है। गुरु कृपा करे, आप किस दिन विचार करांगे, गुरु करावे, बस करावे गुरु ही। जे कवे बंदा मैं कर लूँगा, फिर डिग पैना। वड्डे वड्डे गुणी ज्ञानी डिगे आ, जुनैद फकीर वर्गे ग्रंथी, इन्होंने ऊठ भर लिया सी जित जित के पंडितां तो। करावे गुरु, बंदा नहीं कर सकता। बंदा फिर बुद्धि वरतू।
ਤੇ ਬੁੱਧੀ ਦਾ ਕੰਮ ਹੀ ਨਹੀਂ ਇੱਥੇ। ਪਹਿਲੇ ਪਕਸ਼ ਵਿੱਚ ਬੁੱਧੀ ਦਾ ਕੰਮ ਹੈ ਵੀ ਅਰਥ ਤੇ ਬੁੱਧੀ ਨੇ ਕਰਨੇ ਆ ਨਾ। ਦੂਜੇ ਪਕਸ਼ ਦੇ ਵਿੱਚ ਬੁੱਧੀ ਤੋਂ ਪਰੇ, ਮਨ ਤੋਂ ਪਰੇ, ਨੇਤਰਾਂ ਤੋਂ ਪਰੇ, ਨੇਤਰਾਂ ਦੀ ਪਹੁੰਚ ਤੋਂ ਪਰੇ, ਸਰਵਣ ਦੀ ਪਹੁੰਚ ਤੋਂ ਪਰੇ, ਜੀਭਾ ਰਸਨਾ ਦੀ ਬੋਲਣ ਦੀ ਪਹੁੰਚ ਤੋਂ ਪਰੇ ਉਹ ਆ ਪਰਮਾਤਮਾ, ਉਹ ਆ ਗੁਰਬਾਣੀ। ਉਹਨੂੰ ਕਿਹਾ ਅਗੋਚਰ, ਇੰਦਰੀਆਂ ਦਾ ਵਿਸ਼ਾ ਨਹੀਂ। ਇੰਦਰੇ ਨੇ ਇਹਨੂੰ ਗ੍ਰਹਿਣ ਕਰ ਸਕਦੇ ਨਾ, ਇੰਦਰੇ ਪਕੜ ਨਹੀਂ ਸਕਦੇ, ਇੰਦਰੇ ਫੜ ਨਹੀਂ ਸਕਦੇਗੇ। ਜੇ ਇੰਦਰੇ ਨੇ ਫੜ ਲਏ ਤੇ ਫਿਰ ਪਰਮਾਤਮਾ ਤੇ ਇੰਦਰੇ ਦੇ ਵਸ ਹੋ ਗਿਆ। ਇੰਦਰੇ ਤੋਂ ਪਰੇ ਆ। ਇੰਦਰੇ ਕਦੇ ਵੀ ਕਹਿ ਦਈਏ ਵੀ ਸ਼ੁਭ ਗਿਆਨ ਰੂਪੀ ਸਮੁੰਦਰ ਦੇ ਵਿੱਚ ਤੈਰ ਕੇ ਉਹਦੇ ਤੱਕ ਪਹੁੰਚਣ ਦੀ ਕੋਸ਼ਿਸ਼ ਕਰਨਾ ਨਹੀਂ ਹੋ ਸਕਦਾ। ਹੁਣ ਮੈਂ ਇੱਥੇ ਬੇਨਤੀ ਕਰਾਂ ਵੀ ਪਦ ਅਰਥ ਕੇਵਲ ਇਹ ਗੁਰੂ ਕਿਰਪਾ ਨਾਲ, ਗੁਰੂ ਬਖਸ਼ਿਸ਼ ਨਾਲ ਹੈ। ਇਹ ਜਿਹੜੀ ਓੰਕਾਰ ਬਾਣੀ ਆ, ਦੱਖਣੀ ਕਿਸਮ, ਰਾਮਕਲੀ ਰਾਗ ਹੈ, 929 ਅੰਗ ਦੇ ਉੱਪਰ ਇਹ ਅੰਮ੍ਰਿਤਮਈ ਬਾਣੀ ਦਰਜ ਕੀਤੀ ਆ। ਪਹਿਲੇ ਪਾਤਸ਼ਾਹ ਦੀ ਬਾਣੀ ਆ। ਇਹਦੀ ਉਥਾਨਕਾ ਮੈਂ ਅੱਗੇ ਵੀ ਬੇਨਤੀ ਕੀਤੀ ਆ। ਉਥਾਨਕਾ ਦਾ ਅਰਥ ਹੁੰਦਾ ਵੀ ਜਿੱਥੇ ਗੁਰੂ ਸਾਹਿਬ ਗਏ, ਕਿਸੇ ਦੇ ਪਰਥਾਏ ਮਹਾਰਾਜ ਨੇ ਸ਼ਬਦ ਉਚਾਰਿਆ, ਫਿਰ ਉਹ ਲਿਖਿਆ ਗਿਆ। ਜਿਵੇਂ ਸ਼ਲੋਕ ਸੰਸਕ੍ਰਿਤ ਦੇ ਪਹਿਲੇ 4 ਸ਼ਬਦ ਪੜ ਪੁਸਤਕ ਸੰਧਿਆ ਬਾਦੰ ਸਲ ਪੂਜਸ ਬਗਲ ਸਮਾਦੰ, ਇਹਨਾਂ ਦੀ ਉਥਾਨਕਾ ਮਹਾਰਾਜ ਕਾਂਸ਼ੀ ਗਏ। ਫਿਰ ਪੰਜਵੇਂ ਪਾਤਸ਼ਾਹ ਨੇ ਜਿਹੜੀ ਸ਼ਲੋਕ ਸੰਸਕ੍ਰਿਤੀ ਉਚਾਰੀ ਆ, ਉਹਦੀ ਉਥਾਨਕਾ ਇਹ ਬਾਣੀ ਆਪਾਂ ਪੜ੍ਹਦੇ ਹਾਂ ਨਾ। ਕਤੰਚ ਮਾਤਾ ਕਤੰਚ ਪਿਤਾ ਕਤੰਚ ਬਣਤਾ ਬਨੋਦ ਸੁਤ ਹੈ, ਕਤੰਚ ਭਰਾਤ ਮੀਤ ਤਬੰਧਵ ਕਤੰਚ ਮੋਹ ਕੁਟੰਬੇ। ਅਤੇ ਉਹਦੀ ਉਥਾਨਕਾ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਨੇ ਪੰਡਤ ਹਰੀ ਲਾਲ ਕ੍ਰਿਸ਼ਨ ਲਾਲ ਜਦੋਂ ਆਏ ਇਹ ਚਾਰੇ ਸ਼ਬਦ ਲੈ ਕੇ। ਗੁਰਬਾਣੀ ਬਹੁਤ ਜ਼ਿਆਦਾ ਜਿਹੜੀ ਗੁਰਬਾਣੀ ਹੈ ਉਹਨਾਂ ਦੀ ਉਥਾਨਕਾ ਯਾਦ ਰੱਖਿਓ। ਜਿਸ ਵੇਲੇ ਗੁਰੂ ਨਾਨਕ ਗਏ, ਕਿਤੇ ਵੀ ਗਏ, ਇਤਿਹਾਸ ਪੜ੍ਹ ਲਵੋ, ਕਿਸੇ ਦੇ ਪਰਥਾਏ ਮਹਾਰਾਜ ਨੇ ਕਿਸੇ ਦਾ ਉਧਾਰ ਕਰਨਾ ਕਲਯੁਗੀ ਜੀਵਾਂ ਦਾ। ਇੱਕਦਮ ਮਹਾਰਾਜ ਨੇ ਕਹਿਣਾ, ਮਰਦਾਨਿਆਂ ਰਬਾਬ ਦੀਆਂ ਤੰਦਾਂ ਛੇੜ। ਭਾਈ ਮਰਦਾਨੇ ਨੇ ਰਬਾਬ ਦੀਆਂ ਤੰਦਾਂ ਛੇੜਨੀਆਂ। ਮਹਾਰਾਜ ਨੇ ਕਹਿਣਾ ਧੁਰ ਕੀ ਬਾਣੀ ਆਈ ਹੈ। ਬਸ ਉਸੇ ਵੇਲੇ ਨੇਤਰ ਬੰਦ, ਚੌਂਕੜਾ ਵੱਜਿਆ, ਇੱਕਦਮ ਬਾਣੀ ਆ ਗਈ। ਹੁਣ ਦੱਖਣੀ ਓੰਕਾਰ ਜਿਹੜੀ ਮਹਾਰਾਜ ਨੇ ਉਚਾਰੀ ਆ, ਇਹ ਆਪਣੇ ਵਾਂਗੂ ਥੋੜੀ ਆ। ਮੈਂ ਫਿਰ ਬੇਨਤੀ ਕਰ ਦੇਵਾਂ, ਮਾਫੀ ਚਾਹਣਾ, ਕਿਸੇ ਤਰ੍ਹਾਂ ਦੀ ਕੋਈ ਕਵਿਤਾ ਬਣੇਗੀ, ਕਿਸੇ ਤਰ੍ਹਾਂ ਦਾ ਕੋਈ ਗੀਤ ਬਣੇਗਾ, ਦੁਨਿਆਵੀ ਬੰਦੇ ਦੀ ਗੱਲ ਕਰਦਾ ਮੈਂ। ਉਹ ਪਹਿਲਾਂ ਪੈਨ ਲੈ ਲਏਗਾ ਹੱਥ ਵਿੱਚ, ਕਿੰਨਾ ਕਿੰਨਾ ਸਮਾਂ ਸੋਚੇਗਾ, ਸੋਚ ਕੇ ਫਿਰ ਕਿਤੇ ਜਾ ਕੇ ਲਿਖਦਾ। ਇੱਕ ਕਵਿਤਾ ਤਿਆਰ ਕਰਨੀ ਹੋਵੇ ਬੜੇ ਦਿਨ ਲੱਗ ਜਾਂਦੇ ਆ। ਪਰ ਗੁਰੂ ਨਾਨਕ, ਗੁਰੂ ਸਾਹਿਬਾਨਾਂ ਨੇ ਬਾਣੀ ਉਚਾਰੀ, ਭਗਤਾਂ ਨੇ, ਉਹਨਾਂ ਨੇ ਇਹ ਥੋੜੀ ਕਿਤੇ, ਕਿਉਂਕਿ ਬੁੱਧੀ ਤੋਂ ਪਰੇ ਹੋ ਕੇ ਗੱਲ ਆਉਂਦੀ ਹੈ। ਜਿੱਥੇ ਤੁਸੀਂ ਬੁੱਧੀ ਦੇ ਵਿੱਚ, ਮਨ ਦੇ ਵਿੱਚ, ਚਿੱਤ ਦੇ ਵਿੱਚ ਵਿਚਾਰਾਂ ਸੋਚ ਕੇ ਬਚਨ ਕੱਢ ਕੇ ਲਿਆਵੋਗੇ, ਹਾਂ ਉਹ ਬਚਨ ਬਹੁਤ ਜ਼ਿਆਦਾ ਗਹਿਰੇ ਹੋ ਸਕਦੇ ਆ। ਜਿਵੇਂ ਸਾਡੇ ਧਰਮ ਦੇ ਵਿੱਚ ਬੜੇ ਬੜੇ ਕਵੀ ਹੋਏ ਆ, ਬੜੇ ਗੁਣੀ ਗਿਆਨੀ ਹੋਏ ਆ, ਕਵਿਤਾਵਾਂ ਲਿਖੀਆਂ, ਉਹ ਗਹਿਰੇ ਹੋ ਸਕਦੇ ਆ, ਬਹੁਤ ਜ਼ਿਆਦਾ ਗਹਿਰੇ ਉਤਰ ਜਾਂਦੇ ਆ। ਪਰ ਜਿਵੇਂ ਗੁਰੂ ਨਾਨਕ ਨੇ, ਭਗਤ ਕਬੀਰ ਜੀ, ਭਗਤ ਫਰੀਦ ਜੀ, ਹੁਣ ਭਗਤ ਕਬੀਰ ਜੀ ਕੋਲੇ ਪੰਡਤ ਆ ਕੇ ਕਹਿਣ ਲੱਗੇ, ਪੰਡਤ ਤੂੰ ਤੇ ਸ਼ੂਦਰ ਆ, ਕੀ ਪੜਿਆ ਦੱਸ ਤੂੰ। ਹੁਣ ਕਬੀਰ ਸਾਹਿਬ ਨੇ ਇਹ ਥੋੜੀ ਕਿਹਾ ਵੀ 1 ਮਿੰਟ ਮੈਂ ਸੋਚ ਕੇ ਦੱਸਦਾ, ਬਸ ਇੰਨੀ ਗੱਲ ਕਹਿਣ ਦੀ ਦੇਰ ਸੀ। ਪੰਡਤ ਕਹਿਣ ਲੱਗੇ ਕੀ ਪੜਿਆ। ਕਬੀਰ ਸਾਹਿਬ ਦੀ ਬੁੱਧੀ ਤੋਂ ਪਰੇ ਜਿਹੜੀ ਵਿਚਾਰ, ਇੱਥੇ ਮਨ ਬੁੱਧੀ ਚਿੱਤ ਨਹੀਂਗਾ। ਉਸੇ ਵੇਲੇ ਕਬੀਰ ਸਾਹਿਬ ਨੇ ਕਹਿ ਦਿੱਤਾ, ਕਿਆ ਪੜ੍ਹੀ ਹੈ ਕਿਆ ਗੁਣੀ ਹੈ,
क्या वेद पराना सुनिया पढ़े सुने क्या होई जो सहज न मिलियो सोई। ਇਹਦਾ ਮਤਲਬ ਇਹ ਹੋਇਆ ਵੀ ਇਹ ਨਹੀਂ ਕਿਹਾ ਵੀ ਰੁਕ ਜਾ। ਹੁਣ ਗੁਰੂ ਨਾਨਕ ਗੋਪਾਲ ਦੱਤ ਪੰਡਤ ਕੋਲੇ 5 ਸਾਲ ਦੀ ਉਮਰ ਵਿੱਚ ਪੜਨ ਗਏ। ਮਹਾਰਾਜ ਨੂੰ ਕਹਿਣ ਲੱਗੇ ਗਿਣਤੀ ਮਿਣਤੀ। ਮਹਾਰਾਜ ਕਹਿਣ ਲੱਗੇ ਕਾਹਦੀ ਗਿਣਤੀ ਮਿਲਤੀ। ਕਹਿਣ ਲੱਗੇ 1 2 3 4। ਮਹਾਰਾਜ ਕਹਿੰਦੇ ਇਹਦੇ ਨਾਲ ਕੀ ਹੋਵੇਗਾ, ਜੇ ਪੜਨਾ ਤੇ ਆ ਪੜ। ਉਸੇ ਵੇਲੇ ਹੁਣ ਇਹ ਥੋੜੀ ਗੁਰੂ ਨਾਨਕ 5 ਸਾਲ ਦੀ ਉਮਰ ਦੇ ਵਿੱਚ ਘਰੇ ਜਾ ਕੇ ਲਿਖ ਕੇ ਲਿਆਏ ਹੋਣੇ ਆ ਨਾ। ਉਸੇ ਵੇਲੇ ਬਚਨ ਆ ਗਿਆ ਜਾਲ ਮੋਹ ਕਸ ਮਸ ਕਰ ਮਤ ਕਾਗਦ ਕਰ ਸਾਰ। ਭਾਓ ਕਲਮ ਕਰ ਚਿੱਤ ਲਖਾਰੀ ਗੁਰ ਪੁੱਛ ਲਿਖ ਵਿਚਾਰ। ਠੀਕ ਹੈ ਜੀ। ਕਿਸੇ ਤਰ੍ਹਾਂ ਦੀ ਦੁਨਿਆਵੀ ਕਵਿਤਾ ਦੁਨਿਆਵੀ ਬੰਦਾ ਲਿਖਦਾ, ਉਹ ਬੈਠ ਕੇ ਬਹਿੰਦਾ, ਫਿਰ ਉਹ ਪੈਨ ਫੜਦਾ, ਕਲਮ ਚੁੱਕਦਾ, ਫਿਰ ਉਹ ਕਲਮ ਜਿਹੜੀ ਆ ਕਾਗਜ਼ ਦੀ ਛਾਤੀ ਤੇ ਫੇਰਦਾ। ਹੁਣ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਿਸ ਵੇਲੇ ਚੌਪਈ ਉਚਾਰੀ ਜਾਂ 10ਵੇਂ ਪਾਤਸ਼ਾਹ ਨੇ ਜਿੰਨੀ ਬਾਣੀ ਉਚਾਰੀ ਹੈ, ਕਿਤੇ ਮਹਾਰਾਜ ਨੇ ਐ ਥੋੜੀ ਵੀ 1 ਮਿੰਟ ਮੈਂ ਹੁਣ ਮੈਨੂੰ ਇੱਕ ਮੂਰਖ ਨੇ ਸਵਾਲ ਕੀਤਾ, ਅੱਤ ਦਾ ਮੂਰਖ, ਅੱਤ ਦੇ ਮੂਰਖ ਨੇ ਮੈਨੂੰ ਇੱਕ ਸਵਾਲ ਕੀਤਾ ਸੀ, ਮੈਨੂੰ ਯਾਦ ਆ। ਕਹਿੰਦਾ ਵੀ ਗੁਰੂ ਗੋਬਿੰਦ ਸਿੰਘ ਦੀ 40 ਕੁ ਸਾਲ ਦੀ ਉਮਰ ਹੈ ਤੇ ਉਹ 10ਮ ਗ੍ਰੰਥ ਵੀ ਲਿਖ ਕੇ, ਸਰਬਲੋਕ ਗ੍ਰੰਥ ਵੀ ਲਿਖ ਗਏ, 14 ਜੰਗਾਂ ਵੀ ਕਰ ਗਏ। ਚਲੋ ਜੰਗਾਂ ਤੇ ਮੰਨ ਲੈਂਦੇ ਆ, ਪਰ ਵਿਚਾਰਨ ਦੇ ਲਈ ਤੇ ਸਮਾਂ ਵੀ ਚਾਹੀਦਾ, ਗ੍ਰੰਥ ਲਿਖਣ ਦੇ ਲਈ ਵੀ ਸਮਾਂ ਚਾਹੀਦਾ, ਫਲਾਨਾ ਧਿਉਂਕਾ। ਮੈਂ ਕਿਹਾ ਵੀ ਤੂੰ ਬੁੱਧੀ ਚੋਂ ਬੋਲਦਾ, ਗੁਰੂ ਨਿਰਗੁਣ ਚੋਂ ਬੋਲਦੇ ਆ। ਗੁਰੂ ਨੇ ਤਾਂ ਬਸ ਇਹ ਥੋੜੀ ਗੱਲ ਆ ਵੀ ਆਪਣੇ ਵਾਂਗੂ ਐ ਪੈਨ ਜਾ ਲਾ ਕੇ ਸੋਚਣਾ ਨਾ। ਮਹਾਰਾਜ ਤੇ ਲਿਖੀ ਜਾਂਦੇ ਹੋਣੇ ਆ, ਲਿਖੀ ਜਾਂਦੇ ਹੋਣੇ ਆ, ਲਿਖੀ ਜਾਂਦੇ, ਕਿਉਂਕਿ ਬੁੱਧੀ ਤੋਂ ਪਰੇ ਵਿਚਾਰ ਆ ਰਹੀ ਹੈ ਨਾ। ਕਿੰਨੀ ਸੁੰਦਰ ਵਿਚਾਰ ਆ। ਹੁਣ ਜਦੋਂ ਗੁਰੂ ਨਾਨਕ ਦੇਵ ਮਹਾਰਾਜ ਇਹਦੀ ਉਥਾਨਕਾ ਵੀ ਸੰਗਲਾ ਦੀਪ ਦੇਸ਼ ਦਾ ਉਧਾਰ ਕਰਕੇ, ਉੱਥੋਂ ਦੇ ਲੋਕਾਂ ਦਾ ਉਧਾਰ ਕਰਕੇ, ਸੋਮਨਾਥ ਮੰਦਿਰ ਦਾ ਉੱਥੇ ਪਹੁੰਚੇ ਆ। ਫਿਰ ਉਦੋਂ ਅੱਗੇ ਨਰਮਦਾ ਦਰਿਆ ਦੇ ਕੰਢੇ ਇੱਕ ਮੰਦਿਰ ਸੀਗਾ। ਉਸ ਮੰਦਿਰ ਦਾ ਨਾਮ ਪੰਡਤਾਂ ਨੇ ਰੱਖਿਆ ਸੀਗਾ ਦੱਖਣੀ ਓਅੰਕਾਰ। ਮਹਾਰਾਜ ਉੱਥੇ ਗਏ ਤੇ ਪੰਡਤ ਜਿਹੜੇ ਬੱਚਿਆਂ ਨੂੰ ਪੜ੍ਹਾ ਰਹੇ ਆ, ਉੱਥੇ ਸ਼ਿਵ ਜੀ ਦੀ ਮੂਰਤ ਲੱਗੀ ਹੋਈ ਆ। ਮੈਨਾ ਗਣੇਸ਼ਾ ਪ੍ਰਥਮ ਮਨਾਉ ਕਿਸ਼ਨ ਬਿਸ਼ਨ ਕਬਹੂ ਨਾ ਧਿਆਉ। ਗੁਰੂ ਗੋਬਿੰਦ ਸਿੰਘ ਮਹਾਰਾਜ ਬਾਣੀ 'ਚ ਵੀ ਕਹਿ ਰਹੇ ਆ ਸ਼ਿਵ ਸ਼ਿਵ ਕਰਤਾ ਜੋ ਨਰ ਧਿਆਵੈ ਬਰਦ ਚੜ੍ਹਿਆ ਡੌਰੂ ਟਮਕਾਵੈ। ਮਹਾਰਾਜ ਉੱਥੇ ਗਏ ਜਿਸ ਵੇਲੇ ਉਹ ਬੱਚਿਆਂ ਨੂੰ ਓਅੰਕਾਰ, ਓਨਮ ਅੱਖਰ ਇਹਦੇ ਬਾਰੇ ਸਾਰਾ ਕੁਝ ਦੱਸੀ ਜਾਂਦੇ ਆ। ਬੱਚੇ ਪੁੱਛਦੇ ਆ ਵੀ ਓਅੰਕਾਰ ਕੌਣ ਆ? ਉਹ ਕਹਿੰਦੇ ਸ਼ਿਵ ਜੀ ਆ, ਸ਼ੈਵੀ ਆ। ਓਨਮ ਕੌਣ ਆ? ਉਹ ਕਹਿੰਦੇ ਸ਼ਿਵ ਜੀ ਆ, ਸ਼ੈਵੀ ਆ। ਮਹਾਰਾਜ ਕਹਿੰਦੇ ਗਲਤ ਹੈ। ਕਹਿੰਦੇ ਜੀ ਇਹ ਕਿੱਦਾਂ? ਮਹਾਰਾਜ ਕਹਿੰਦੇ ਨਹੀਂ, ਸ਼ਿਵ ਸ਼ੁਭ ਨਹੀਂ ਗਾ। ਫਿਰ ਜੀ ਮਹਾਰਾਜ ਕਹਿਣ ਲੱਗੇ ਜਿਹੜਾ ਓਨਮ ਓਅੰਕਾਰ, ਉਹਨੇ ਸਾਰੀ ਸ੍ਰਿਸ਼ਟੀ ਪੈਦਾ ਕੀਤੀ ਆ। ਹੁਣ ਜੇ ਮੈਂ ਇੱਕ ਓਅੰਕਾਰ ਦੀ ਵਿਚਾਰ ਮਹਾਰਾਜ ਦੀ ਕਿਰਪਾ ਦੇ ਨਾਲ ਕਰਾਂਗਾ, ਸਮਾਂ ਆਇਆ ਨਾ ਫਿਰ ਆਪਾਂ ਕਰਾਂਗੇ। ਮੈਨੂੰ ਲੱਗਦਾ 2 ਕਥਾ ਹੋ ਜਾਣੀਆਂ, ਘੰਟਾ ਘੰਟਾ ਸਵਾ ਸਵਾ ਘੰਟੇ ਦੀਆਂ ਇਹ ਕਰਾਂਗੇ। ਗੁਰੂ ਕਿਰਪਾ ਕਰਕੇ ਮਹਾਰਾਜ ਆਪ ਕਰਵਾਉਣ। ਇੱਕ ਓਅੰਕਾਰ ਦੇ ਅਰਥ ਵੀ ਇਹ ਬੁੱਧੀ 'ਚ ਹੀ ਆਉਣਗੇ। ਜਿੱਥੇ ਬੁੱਧੀ ਨਹੀਂ ਰਹਿੰਦੀ, ਹੁਣ ਮੈਂ ਫਿਰ ਬੇਨਤੀ ਕਰ ਦੇਵਾਂ, ਜਿਸ ਵੇਲੇ ਮਹਾਤਮਾ ਬੁੱਧ ਦੇ ਕੋਲੇ ਇੱਕ ਬੰਦਾ ਆਇਆ, ਨਾਸਤਕ ਬਿਰਤੀ ਦਾ ਕਹਿ ਲਵੋ ਜਾਂ ਆਸਤਕ ਦਾ ਕਹਿ ਲਵੋ, ਪਰ ਉਹਨੇ ਸਵਾਲ ਕਰਤਾ ਕਿ ਕਹਿੰਦਾ ਤੁਸੀਂ ਕਹਿੰਦੇ ਆ ਰੱਬ ਹੈ, ਪ੍ਰਮਾਤਮਾ ਹੈ, ਵਾਹਿਗੁਰੂ ਅਕਾਲ ਪੁਰਖ ਅੱਲਾ, ਜੋ ਉਹਦੇ ਨਾਮ ਦਿਖਾਓ, ਉਹਦੇ ਬਾਰੇ ਕੋਈ ਬੋਲ ਕੇ ਦੱਸੋ। ਮਹਾਤਮਾ ਬੁੱਧ ਨੂੰ ਪੁੱਛਣ ਲੱਗਾ, ਕੋਈ ਜਵਾਬ ਨਹੀਂ ਦਿੱਤਾ। ਉਹ ਮੱਥਾ ਮੁੱਥਾ ਮਾਰ ਕੇ ਮੁੜ ਗਿਆ, ਕਹਿੰਦਾ ਐਵੇਂ ਰੌਲਾ ਪਾਇਆ। ਬੁੱਧ ਦਾ ਚੇਲਾ ਸੀਗਾ ਆਨੰਦੋ ਨੇ ਪੁੱਛਿਆ, ਕਹਿਣ ਲੱਗਾ ਜੀ ਤੁਸੀਂ ਦੱਸਿਆ ਹੀ ਨਹੀਂ ਕੁਝ। ਬੁੱਧ ਜੀ ਕਹਿਣ ਲੱਗੇ ਆਨੰਦ ਮੈਂ ਜਵਾਬ ਦੇਤਾ ਦਿੱਤਾ, ਉਹਨੇ ਸਮਝਿਆ ਹੀ ਨਹੀਂ। ਤੁਸੀਂ ਕਿੱਥੇ, ਤੁਸੀਂ ਤਾਂ ਬੋਲੇ ਹੀ ਨਹੀਂ। ਬੁੱਧ ਜੀ ਹੱਸ ਪਏ, ਕਹਿੰਦੇ ਬਸ ਇਹੀ ਜਵਾਬ ਹੈ, ਜਿਹੜੇ ਬੋਲੇ ਹੀ ਨਹੀਂ, ਜਿਹੜਾ ਚੁੱਪ ਆ ਨਾ ਉਹਦੇ ਬਾਰੇ ਚੁੱਪ, ਬਸ ਇਹੀ ਜਵਾਬ ਆ।
क्योंकि बुद्धि बोलती आ, पहले पक्ष विच बुद्धि ने बोल के ही जवाब देना, पर बुद्धि तो परे आ। हुण गुरु नानक ने थोड़ी सोचिया ना भी तैनूं पंडित जी उत्थे जिहड़े पंडित बैठे सी मंदिर दे विच भी तुहानूं बाद विच असीं विचार करके दस्सांगे, नहीं। जिस वेले उन्होंने कहन लगे भी ये किवें हो सकदा, महाराज उस वेले, क्योंकि धुर की बाणी आई है, हुण धुर धुर जिथे हिरदा, ये भी किस दिन विचार करांगे भी हिरदा मान बुद्धि चित्त, हिरदे की आवाज़ परमात्मा कोले किवें पहुँच जाती आ, मन बुद्धि चित्त की क्यों नहीं पहुँचती। आपां कहने हिरदे चों अरदास कर, फिर हिरदा की है ते मन बुद्धि चित्त की है। हुण महाराज ने उत्थे थोड़ी कहा भी खड़ जा, उस वेले महाराज ने कहा मरदानिया रबाब दियां तंदां छेड़, छेड़ियां महाराज ने उचारण कर दिता, एक ओंकार सतगुर प्रसाद, ओंकार ब्रह्मा उत्पत्त, ओंकार किया जन चित्त। महाराज ने मंगल तो पहला करना ही सी, ये मंगल है। मंगल भी जोड़ा ना मंगल का अर्थ होंदा खुशी, खेड़े दे सहित आपां कहने मंगल होवे तेरे घर विच खुशी होवे। मंगल की है विचार करांगे। मंगल खुशी दे सहित, आनंद दे सहित। हुण इत्थे महाराज की कह रहे हैं, गुरु साहब महाराज कहन लगे एक एक अदुੱਤੀ आ ओंकार समूह का प्रकाशक है। हुण जिहड़ा एक है अदुੱਤੀ, अदुੱਤੀ का अर्थ हुंदा जिहदे वर्गा दूजा कोई नहीं, उहनूं कह दिंदे आ जिहदी तुलना दे विच दूजा आउंदा ही नहीं। मैं ग्रंथ पढ़ रहा सीगा, उहदे विच विचार आई, वो सीगी दो तरह की व्यापकता मन्नी गई है। व्यापकता का अर्थ हुंदा जिवें आकाश पूरा व्यापक है, आपां कहने भी आकाश व्यापक है। आकाश आकाश भी चार तरह के आ, आकाश है व्यापक ही है, पर उपाधियां करके घटा आकाश है, फिर मेघा आकाश है, फिर जला आकाश है, फिर महा आकाश है। ये लम्मी विचार हो जानी है। इस करके दो तरह का आकाश है। एक तो दो तरह की व्यापकता, दो तरह की। एक व्यापकता जिहदी तुलना दे विच जिवें हुण मैं कह देवां समझाउण दे लई पृथ्वी तो वड्डा कौन आ? आकाश, क्योंकि आकाश दे विच पृथ्वी है। दलील दिना मैं, जे आपां कह दईए पृथ्वी, आपां कहांगे पृथ्वी ते पृथ्वी दा अर्थ धरती। हुण धरती कित्थों तक वड्डी आ, बहुत ज्यादा इहदी व्यापकता, छोटी नहीं गी। हुण तां विग्यानियां ने भी सिद्ध किया भी पृथ्वी बहुत वड्डी है। पता नहीं तुहानूं ज़्यादा पता होना इहदे बारे, ये थोड़ी जी जरनल नॉलेज है भी किन्ने हज़ार किलोमीटर पृथ्वी का घेरा है, गोल है ना। इस करके पृथ्वी जिहड़ियां संसार दियां कई चीज़ां ना, जिवें शहर कह लवो जां बहुत ज़्यादा पहाड़ कह लवो, खेत्रफल जिहड़ा सीमा दे सहित आ, वो तो वध के जिहड़ी पृथ्वी दी व्यापकता ज़्यादा है। ते पृथ्वी नालों हुण 30% पृथ्वी धरती मन्नी आ, ते पृथ्वी दे विच 40% वाहिगुरू 70% पानी आ। पृथ्वी दे नालों धरती दे नालों व्यापकता ज़्यादा किहदी होगी? वो होगी जी समुंदर दी, पानी दी। पर एक पृथ्वी विच ही समुंदर आ, विच ही पानी आ, ये तुलना दे सहित हो गया। तुलना दे भी इन्ने मीटर, जिवें आपां कहता 70% पानी 30% धरती, ये तुलना दे सहित हुंदा है, किते वध किते घट। इहनूं कहांगे भी ये तुलना दे सहित आ।
ਇਸ ਤੋਂ ਉੱਪਰ ਧਰਤੀ ਤੋਂ ਵੱਡੀਆਂ ਧਰਤੀਆਂ ਵੀ ਵਿਗਿਆਨੀਆਂ ਨੇ ਵੀ ਸਿੱਧ ਕਰ ਦਿੱਤਾ। ਮਹਾਰਾਜ ਨੇ ਤੇ ਬਾਣੀ ਵਿੱਚ ਕਿਹਾ, ਮਹਾਰਾਜ ਕਹਿੰਦੇ ਭਾਈ ਪਤਾ ਹੀ ਨਹੀਂ ਸੂਰਜ ਕਿੰਨੇ ਕੇ ਆ, ਚੰਦਰਮਾ ਕਿੰਨੇ ਕਾ, ਧਰਤੀਆਂ ਕਿੰਨੀਆਂ ਕਾ, ਇਹਨਾਂ ਦਾ ਅੰਤ ਹੀ ਕੋਈ ਨਹੀਂ, ਪਰ ਉਹ ਕਿੰਨੀਆਂ ਕੁ ਵੱਡੀਆਂ ਹੋਣਗੀਆਂ। ਯਾਨੀ ਵਿਆਪਕਤਾ ਹੈ। ਜੇ ਆਹ ਧਰਤੀ ਆ ਤੇ ਅੱਗੇ ਕੋਈ ਧਰਤੀ ਹੈ, ਜੇ ਇੱਕ ਚੰਦਰਮਾ ਤੇ ਅੱਗੇ ਕਿਤੇ ਚੰਦਰਮਾ ਹੈ, ਇੱਕ ਸੂਰਜ ਆ ਤੇ ਅੱਗੇ ਕਿਤੇ ਸੂਰਜ ਹੈ, ਯਾਨੀ ਵਿਆਪਕਤਾ ਹੈ। ਫਿਰ ਧਰਤੀ ਤੋਂ ਵੱਡਾ ਕੋਈ ਹੋਰ ਧਰਤੀ, ਪਤਾ ਨਹੀਂ ਕਿੰਨੀਆਂ ਕੁ ਧਰਤੀਆਂ, ਫਿਰ ਸਾਰੀਆਂ ਧਰਤੀਆਂ ਇੱਕ ਬ੍ਰਹਿਮੰਡ 'ਚ, ਇੱਕ ਬ੍ਰਹਿਮੰਡ ਦੀ ਵਿਆਪਕਤਾ। ਫਿਰ ਇੱਕ ਬ੍ਰਹਿਮੰਡ ਵੀ ਹੁਣ ਆ ਤੁਹਾਡੇ ਹੀ ਸਿੱਧ ਕੀਤਾ ਵਿਗਿਆਨੀ, ਕਹਿੰਦੇ ਇੱਕ ਗਲੈਕਸੀ ਵਿੱਚ ਪਤਾ ਨਹੀਂ ਕਿੰਨੇ ਕੁ ਬ੍ਰਹਿਮੰਡ ਆ, ਇਹ ਵੀ ਵਿਆਪਕਤਾ। ਫਿਰ ਉਹ ਜਿਹੜੇ ਇੰਨੇ ਬ੍ਰਹਿਮੰਡ ਆ ਇੱਕ ਪੂਰੇ ਮਹਾਕਾਸ਼ ਦੇ ਵਿੱਚ, ਇਹ ਵੀ ਵਿਆਪਕਤਾ। ਪਰ ਪ੍ਰਮਾਤਮਾ ਜਿਹੜਾ ਹੈਗਾ ਉਹ ਮਹਾ ਆਕਾਸ਼ ਦੀ ਤਰ੍ਹਾਂ ਕਹਿ ਸਕਦੇ, ਪਰ ਉਹ ਆਕਾਸ਼ ਤੋਂ ਵੀ ਪਰੇ ਆ। ਪ੍ਰਮਾਤਮਾ ਨਿਰਵਿਆਪਕਤਾ, ਨਿਰਵਿਆਪਕਤਾ ਦਾ ਅਰਥ ਹੁੰਦਾ ਵੀ ਉਹ ਕਿਸੇ ਤੁਲਨਾ ਦੇ ਸਹਿਤ ਆ ਹੀ ਨਹੀਂ ਸਕਦਾ। ਜਿਵੇਂ ਮੈਂ ਹੁਣ ਤੁਲਨਾ ਕਰਤੀ ਨਾ, ਇੱਕ ਧਰਤੀ ਤੋਂ ਵੱਡੀ, ਇੱਕ ਪਹਾੜ ਤੋਂ, ਫਿਰ ਬੇਨਤੀ ਕਰਾਂ, ਇੱਕ ਪਹਾੜ, ਕੁਝ ਪਹਾੜ ਖੇਤਰਫਲ, ਉਹ ਤੋਂ ਵੱਡੀ ਧਰਤੀ, ਧਰਤੀ ਤੋਂ ਜ਼ਿਆਦਾ ਪਾਣੀ ਸਮੁੰਦਰ 70%, ਫਿਰ ਇਹ 70% ਧਰਤੀ, ਸਮੁੰਦਰ ਤੇ ਧਰਤੀ 100% ਹੋ ਗਏ, ਦੋਵੇਂ ਰਲਾ ਕੇ ਇੱਕ ਧਰਤੀ ਤੋਂ ਵੱਧ ਕੇ ਕੋਈ ਹੋਰ ਧਰਤੀਆਂ ਵੱਡੀਆਂ, ਫਿਰ ਜਿਹੜੀਆਂ ਹੋਰ ਧਰਤੀਆਂ ਵਿੱਚ ਇੱਕ ਗਲੈਕਸੀ, ਫਿਰ ਪਤਾ ਨਹੀਂ ਕਿੰਨੀਆਂ ਕੁ ਗਲੈਕਸੀਆਂ, ਉਸ ਤੋਂ ਬਾਅਦ ਇੱਕ ਮਹਾ ਆਕਾਸ਼ ਦੇ ਵਿੱਚ ਕਿੰਨੀਆਂ ਕੁ ਗਲੈਕਸੀਆਂ ਫਿਰਦੀਆਂ। ਇਹ ਵਿਆਪਕਤਾ ਆ ਗਈ, ਤੁਲਨਾ ਆ ਗਈ। ਪਰ ਜਿਹੜਾ ਮੇਰਾ ਵਾਹਿਗੁਰੂ ਪਰਮਾਤਮਾ, ਜਿੱਥੋਂ ਇਹ ਸਭ ਕੁਝ ਆ ਰਿਹਾ, ਆਉਣਾ ਕਿੱਥੋਂ ਆ? ਆਉਣਾ ਸ਼ਬਦ ਵੀ ਮੇਰੇ ਖਿਆਲ ਕਿਤੇ ਨਾ ਕਿਤੇ ਸੀਮਾ ਦੇ ਸਹਿਤ ਹੋ ਗਿਆ। ਜਦੋਂ ਕਹਿੰਦੇ ਆ ਰਿਹਾ, ਫਿਰ ਸੀਮਾ ਜੀ ਬਣ ਜਾਂਦੀ ਹੈ। ਸਮਝਾਉਣ ਲਈ ਕਿਹਾ, ਇਹ ਆਪਾਂ ਕਦੇ ਵਿਚਾਰ ਕਰਾਂਗੇ। ਇਹਨੂੰ ਕਹਿੰਦੇ ਇੱਕ ਅਵੰਤਰਕ ਮਹਾਵਾਕ, ਵਾਕਿਆ ਇੱਕ ਮਹਾਵਾਕਿਆ। ਹੁਣ ਮੈਂ ਕਹਾਂ ਵੀ ਆ ਜਿਹੜਾ ਜੋ ਦ੍ਰਿਸ਼ਟਮਾਨ ਹੈ, ਇਹ ਉਹਦੇ ਵਿੱਚੋਂ ਆ ਰਿਹਾ ਜਿਹੜਾ ਨਿਰਵਿਆਪਕਤਾ, ਪ੍ਰਮਾਤਮਾ ਨਿਰਵਿਆਪਕਤਾ, ਉਹ ਕਿਸੇ ਨਾਲ ਤੁਲਨਾ 'ਚ ਨਹੀਂ ਆ ਸਕਦਾ। ਇਹ ਨਹੀਂ ਕਹਿ ਸਕਦੇ ਵੀ ਇਹਦੀ ਤੁਲਨਾ ਚਾਹੁੰਦਾ, ਇਹਦੀ ਤੁਲਨਾ ਚਾਹੁੰਦਾ, ਨਾ। ਇਸ ਕਰਕੇ ਗ੍ਰੰਥਾਂ ਨੇ ਮੰਨਿਆ ਪ੍ਰਮਾਤਮਾ ਜਿਹੜਾ ਹੈ ਉਹ ਸੁੱਖ ਦੇ ਸਹਿਤ ਆ, ਸੁੱਖ ਦੇ ਨਾਲ ਨਿਤ ਹੈ, ਨਿਤ ਦੇ ਨਾਲ ਪ੍ਰਕਾਸ਼ ਰੂਪ ਹੈ, ਪ੍ਰਕਾਸ਼ ਦੇ ਨਾਲ ਵਿਭੂ ਰੂਪ ਹੈ, ਵਿਭੂ ਦੇ ਨਾਲ ਨਾਮ ਤੇ ਰੂਪ ਦਾ ਆਧਾਰ ਹੈ। ਜਿੱਥੇ ਨਾਮ ਰੂਪ ਦਾ ਆਧਾਰ ਹੈ ਉੱਥੇ ਸ਼ੁੱਧ ਹੈ, ਜਿੱਥੇ ਸ਼ੁੱਧ ਹੈ ਉੱਥੇ ਨਿਰਵਿਆਪਕਤਾ ਸਹਿਤ ਹੈ। ਤੇ ਫਿਰ ਲੰਮੀ ਵਿਚਾਰ ਹੋ ਜਾਣੀ ਹੈ। ਓੰਕਾਰ ਇੱਕ, ਇੱਕ ਜਿਹੜਾ ਅਦੁੱਤੀ ਹੈ, ਉਹਦੇ ਵਰਗਾ ਦੂਜਾ ਕੋਈ ਨਹੀਂ, ਨਿਰਵਿਆਪਕਤਾ ਦੇ ਸਹਿਤ, ਦੂਜਾ ਨਹੀਂ, ਤੁਲਨਾ 'ਚ ਨਹੀਂ ਆ ਸਕਦਾ। ਹੁਣ ਓੰਕਾਰ, ਓੰਕਾਰ ਸਮੂਹ ਦਾ ਪ੍ਰਕਾਸ਼ਕ ਹੈ। ਜੋ ਸ੍ਰਿਸ਼ਟੀ ਆ, ਜੋ ਸਾਰਾ ਕੁਝ ਆ, ਉਹ ਓੰਕਾਰ, ਓੰਕਾਰ ਦੇ ਵਿੱਚੋਂ ਆ ਰਿਹਾ। ਇਹਦੇ ਪਿੱਛੇ ਇੱਕ ਹੀ ਆ, ਪਰ ਜੇ ਕਹਾਂਗੇ ਇੱਕ ਦੇ ਵਿੱਚੋਂ ਆ ਰਿਹਾ, ਬੜੀ ਡੂੰਘੀ ਵਿਚਾਰ ਹੋ ਜਾਣੀ ਹੈ, ਮੈਂ ਫਿਰ ਨਾ ਕਰਾਂ। ਜੇ ਇੱਕ ਕਹਾਂਗੇ ਤੇ ਇੱਕ ਦੇ ਵਿੱਚੋਂ ਹੀ ਆ ਰਿਹਾ ਤੇ ਇੱਕ ਵਿਕਾਰੀ ਵੀ ਹੋ ਜਾਊਗਾ, ਪਰ ਉਹ ਤਾਂ ਨਿਰਵਿਕਾਰੀ ਆ। ਜੇ ਕਿਸੇ ਵਿੱਚੋਂ ਕੁਝ ਜੰਮਦਾ ਹੈ, ਹੁਣ ਕਈ ਇਹ ਬੁੱਧੀ ਵੇਖੋ, ਫਿਰ ਮੈਂ ਕਹਾਂ ਵੀ ਸ਼ਾਸਤਰਾਂ ਮੁਤਾਬਕ ਜੋ ਗ੍ਰੰਥ ਜਿਵੇਂ ਜਿਵੇਂ ਪੜ੍ਹਦੇ ਆ, ਉਵੇਂ ਉਵੇਂ ਗੁਰੂ ਕਿਰਪਾ ਨਾਲ ਬੋਧ ਆਈ ਜਾਂਦਾ, ਗਿਆਨ ਆਉਂਦਾ। ਹੁਣ ਜੇ ਮੈਂ ਕਹਿ ਦੇਵਾਂ ਵੀ ਇੱਕ ਵਿੱਚੋਂ ਆ ਰਿਹਾ, ਹਾਂ ਹੈ ਇੱਕ ਹੀ ਹੈ, ਆਸਰਾ ਇੱਕ ਹੀ ਆ, ਅਧਿਸ਼ਠਾਨ ਇੱਕ ਹੀ ਹੈ, ਉਹ ਤੋਂ ਬਿਨਾਂ, ਚੇਤਨ ਤੋਂ ਬਿਨਾਂ ਕੁਝ ਨਹੀਂ। ਪਰ ਚੇਤਨ ਦਾ ਜਿਹੜਾ ਪਰਛਾਵਾਂ, ਉਹਨਾਂ ਨੂੰ ਚਿਦਾਭਾਸ ਕਹਿੰਦੇ ਆ, ਉਹਦੇ ਵਿੱਚੋਂ ਸਾਰਾ ਕੁਝ ਆ ਰਿਹਾ। ਉਹ ਜਿਹੜਾ ਚੇਤਨ ਆਪ ਆ ਉਹ ਤਾਂ ਨਿਰਵਿਕਾਰੀ ਹੈ। ਜੇ ਕਈ ਉਹਦੇ ਵਿੱਚੋਂ ਜੰਮ ਰਿਹਾ, ਜਿਹੜਾ ਚੇਤਨ ਦਾ, ਜਿਹੜਾ ਚੇਤਨ ਦੀ ਝੂਠੀ ਜੀ ਸ਼ਾਨ ਆ, ਝੂਠੀ ਜੀ ਸ਼ਾਨ, ਉਹ ਹੀ ਸਾਰਾ ਕੁਝ ਦਿਖਾਈ ਜਾਂਦੀ ਆ। ਝੂਠੀ ਜੀ ਸ਼ਾਨ ਹੀ ਕੀ ਕੁਝ ਦਿਖਾ ਰਹੀ ਆ, ਪਰ ਉਹ ਚੇਤਨ ਬ੍ਰਹਮ ਕਿਸ ਤਰ੍ਹਾਂ ਦਾ ਹੋਵੇਗਾ, ਆਹਾ ਸੋਚਿਆ ਤੇ ਜਾਣਾ ਹੀ ਨਹੀਂ, ਕਿਉਂਕਿ ਨਿਰਵਿਕਾਰੀ।
ਓੰਕਾਰ ਸਮੂਹ ਦਾ ਪ੍ਰਕਾਸ਼ਕ ਹੈ। ਜਿਹੜਾ ਇੱਕ ਓੰਕਾਰ ਸਮੂਹ ਦਾ ਪ੍ਰਕਾਸ਼ਕ ਹੈ ਉਸ ਦੀ ਪ੍ਰਾਪਤੀ ਮਹਾਰਾਜ ਕਹਿੰਦੇ ਸਤ ਗੁਰ ਪ੍ਰਸਾਦ। ਸਤ ਤ੍ਰੈ ਕਾਲ ਸਤ ਹੈ ਗੁਰੂ। ਜਿਹੜਾ ਗੁਰੂ ਆ ਨਾ ਉਹ ਤ੍ਰੈ ਕਾਲ ਸਤ ਆ, ਨਾਮ ਕਰਕੇ ਪ੍ਰਸਿੱਧ ਹੈ। ਸਤਨਾਮ ਦੇ ਅਰਥ ਜੇ ਕਰਨੇ ਹੋਣ ਨਾ ਇਹ ਵੀ ਬੜੇ ਗਹਿਰੇ ਅਰਥ ਹੋ ਜਾਣੇ ਆ। ਸਤ ਤ੍ਰੈ ਕਾਲ ਸਤ ਹੈ, ਨਾਮ ਕਰਕੇ ਪ੍ਰਸਿੱਧ ਹੈ। ਤੇ ਗੋ ਦਾ ਅਰਥ ਅਗਿਆਨ, ਰੂ ਦਾ ਅਰਥ ਪ੍ਰਕਾਸ਼। ਅੰਦਰੋਂ ਅਗਿਆਨ ਦਾ ਹਨੇਰਾ ਕੱਟ ਕੇ ਗਿਆਨ ਦਾ ਪ੍ਰਕਾਸ਼ ਕਰਨ ਵਾਲਾ ਸਤਿਗੁਰੂ ਗੁਰੂ। ਕਿਉਂਕਿ ਗੁਰ ਪਰਮੇਸ਼ਰ ਇੱਕੋ ਜਾ। ਇਹ ਗੁਰੂ ਕਿਰਪਾ ਕਰ। ਇਹ ਜਿਹੜੀ ਜ਼ਿੰਮੇਵਾਰੀ ਕਹਿ ਲਵੋ, ਤੁਹਾਡੀ ਅੰਗਰੇਜ਼ੀ ਵਿੱਚ ਅਥਾਰਟੀ ਕਹਿ ਲਵੋ, ਇਹ ਗੁਰੂ ਨੂੰ ਦਿੱਤੀ ਆ। ਗੁਰੂ ਮਿਲਾ ਸਕਦਾ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਨੂੰ ਬ੍ਰਹਮ ਸਰੂਪ ਕਰਾ ਸਕਦਾ। ਪ੍ਰਸਾਦ ਕਹਿੰਦੇ ਕਿਰਪਾ, ਉਹਦੀ ਕਿਰਪਾ ਤੋਂ ਬਿਨਾਂ ਨਹੀਂ, ਬਖਸ਼ਿਸ਼ ਤੋਂ ਬਿਨਾਂ ਨਹੀਂ। ਅੱਗੇ ਅਰਥ ਕਰੀਏ। ਮਹਾਰਾਜ ਕਹਿਣ ਲੱਗੇ ਪੰਡਤ ਜੀ, ਹੁਣ ਪਹਿਲਾਂ ਮੈਂ ਰਹਾਉ ਵਾਲੀ ਪੰਕਤੀ ਦੇ ਅਰਥ ਚੱਕ ਲਵਾਂ। ਰਹਾਉ ਵਾਲੀ ਪੰਕਤੀ ਦੇ ਵਿੱਚ ਮਹਾਰਾਜ ਨੇ ਆਪ ਪੰਡਤ ਨੂੰ ਕਿਹਾ। ਮਹਾਰਾਜ ਕਹਿੰਦੇ ਪੰਡਤ ਜੀ ਇੱਕ ਗੱਲ ਸੁਣੋ, ਤੁਸੀਂ ਪੜ੍ਹਾ ਰਹੇ ਬੱਚਿਆਂ ਨੂੰ? ਕਹਿੰਦੇ ਹਾਂਜੀ। ਮਹਾਰਾਜ ਕਹਿਣ ਲੱਗੇ ਫਿਰ ਕਿਹੜੇ ਚੱਕਰਾਂ 'ਚ ਪਏ ਹੋ? ਕਹਿੰਦੇ ਜੀ ਕੀ ਗੱਲ ਪੜਾਉਣਾ? ਮਹਾਰਾਜ ਕਹਿੰਦੇ ਨਹੀਂ, ਪੜਾਉਣਾ ਨਹੀਂ, ਗਲਤ। ਪਰ ਤੁਸੀਂ ਕਹਿ ਰਹੇ ਹੋ ਸ਼ਿਵ ਦੀ ਮੂਰਤੀ, ਜਿਹੜੀ ਸ਼ਿਵ ਜੀ ਦੀ ਮੂਰਤੀ ਆ ਉਹੀ ਸਭ ਕੁਝ ਆ। ਮਹਾਰਾਜ ਕਹਿੰਦੇ ਨਹੀਂ, ਇਹ ਤੁਸੀਂ ਕਿਸੇ ਭੁਲੇਖੇ ਦੇ ਵਿੱਚੋਂ। ਫਿਰ ਰਹਾਉ ਵਾਲੀ ਪੰਕਤੀ ਦੇ ਅਰਥ ਸੁਣੋ। ਇੱਥੋਂ ਮਹਾਰਾਜ ਨੇ ਚੱਕਿਆ। ਮਹਾਰਾਜ ਕਹਿੰਦੇ ਸੁਣ ਪਾਂਡੇ ਕਿਆ ਲਿਖੋ ਹੋ ਜੰਜਾਲਾ, ਲਿਖ ਰਾਮ ਨਾਮ ਗੁਰਮੁਖ ਗੋਪਾਲਾ। ਸੁਣ ਪਾਂਡੇ। ਪਾਂਡੇ ਦਾ ਅਰਥ ਪਤਾ ਕੀ ਹੁੰਦਾ? ਪੰਡਤ। ਪੰਡਤ ਦਾ ਅਰਥ ਆ ਪੰਡਾ ਬੁੱਧੀ, ਜਿਹਦੀ ਬੁੱਧੀ ਆ ਗਿਆਨ ਦੇ ਸਹਿਤ ਹੋ ਗਈ। ਪੰਡਤ। ਸੋ ਪੰਡਤ ਜੋ ਮਨ ਪ੍ਰਬੁੱਧੇ। ਪੰਡਤ ਸ਼ਬਦ ਮਾੜਾ ਨਹੀਂਗਾ, ਸਾਧੂ ਸ਼ਬਦ ਮਾੜਾ ਨਹੀਂਗਾ, ਮਹਾਪੁਰਖ ਸ਼ਬਦ ਮਾੜਾ ਨਹੀਂਗਾ। ਉਹ ਗੱਲ ਵੱਖਰੀ ਆ ਕਿ ਪੰਡਤ ਠੱਗ ਹੋ ਗਏ, ਸਾਧੂ ਠੱਗ ਹੋ ਗਏ, ਮਹਾਪੁਰਖ ਜਿਹੜੇ ਲਵਾਉਂਦੇ ਆਪਣੇ ਨਾਮ ਨਾਲ ਮਹਾਪੁਰਖ ਆ ਪਰ ਉਹ ਠੱਗ ਹੋ ਗਏ, ਉਹ ਨਕਲ ਕਰਦੇ ਨਾ। ਮੈਂ ਬੇਨਤੀ ਕਰਦਾ ਹੁੰਨਾ ਵੀ ਨਕਲ ਹੀ ਕੈਸੀ ਚੀਜ਼ ਆ। ਮਹਾਪੁਰਖ ਸ਼ਬਦ ਦੇ ਨਾਮ ਦੀ ਨਕਲ ਹੀ ਕੈਸੀ ਚੀਜ਼ ਆ। ਕੋਈ ਨਕਲੀ ਬੰਦਾ ਸਾਧੂ ਬਣ ਜਾਂਦਾ, ਉਹ ਆਪਣੇ ਆਪ ਨੂੰ ਸੰਤ ਖਵਾਉਣ ਲੱਗ ਪੈਂਦਾ, ਆਪਣੇ ਆਪ ਨੂੰ ਮਹਾਪੁਰਖ ਖਵਾਉਣ ਲੱਗ ਪੈਂਦਾ, ਆਪਣੇ ਆਪ ਨੂੰ ਗੁਰਮੁਖ ਖਵਾਉਣ ਲੱਗ ਪੈਂਦਾ। ਹੁੰਦਾ ਉਹ ਨਕਲੀ, ਹੁੰਦਾ ਉਹਦੇ ਅੰਦਰ ਕਪਟ ਹੈ, ਉਹਦੇ ਅੰਦਰ ਛਲ ਹੁੰਦਾ ਹੈ, ਉਹ ਨਕਲੀ। ਜਿਵੇਂ ਪ੍ਰਮਾਤਮਾ ਦੀ ਮਾਇਆ ਨਕਲੀ, ਇਹ ਛਾਂ ਨਕਲੀ ਆ, ਅਸਲੀ ਥੋੜੀ ਆ। ਇਹ ਛਾਂ ਪਰਮਾਤਮਾ ਦੀ, ਪਰ ਛਾਂ ਦੇ ਵਿੱਚ ਹੀ ਮਾਇਆ ਨਕਲੀ ਵਿੱਚ ਕਿੰਨੀ ਤਾਕਤ ਹੈ, ਕਿੰਨੀ ਪਾਵਰ ਹੈ, ਬਸ ਦੱਸਣ ਤੋਂ ਰਹਿਤ ਆ, ਦੱਸ ਹੀ ਨਹੀਂ ਸਕਦੇ। ਬਿਲਕੁਲ ਇਨ ਬਿਨ ਇਸੇ ਹੀ ਤਰ੍ਹਾਂ ਨਕਲੀ ਸਾਧੂ ਬਣਿਆ ਹੋਇਆ। ਕਿਸੇ ਨੇ ਮਹਾਪੁਰਖ ਲਵਾ ਲਿਆ, ਕਿਸੇ ਨੇ ਸਾਧੂ ਲਵਾ ਲਿਆ, ਕਿਸੇ ਨੇ ਸੰਤ ਲਵਾ ਲਿਆ, ਕਿਸੇ ਨੇ ਬਾਬਾ ਲਵਾ ਲਿਆ, ਉਹ ਹੈ ਨਕਲੀ। ਪਰ ਨਕਲ ਵਿੱਚ ਕਿੰਨੀ ਜ਼ਿਆਦਾ ਤਾਕਤ ਆ, ਕਿੰਨੀ ਪਾਵਰ ਆ, ਕਿੰਨੇ ਲੋਕ ਉਹਨਾਂ ਨੂੰ ਮੰਨਣ ਲੱਗ ਪੈਂਦੇ ਆ, ਕਿੰਨੇ ਲੋਕ ਉਹਨਾਂ ਨੂੰ ਸੱਚਾ ਮੰਨਣ ਲੱਗ ਪੈਂਦੇ ਆ। ਇਹਦਾ ਮਤਲਬ ਇਹ ਆ ਵੀ ਜੇ ਨਕਲ ਵਿੱਚ ਇੰਨੀ ਤਾਕਤ ਆ ਤੇ ਅਸਲ ਕੀ ਹੋਊਗਾ? ਅਸਲ ਬ੍ਰਹਮ ਗਿਆਨੀ ਸਾਧੂ ਬਸ ਰੱਬ ਦਾ ਰੂਪ ਹੀ ਆ। ਸੁਣ ਪਾਂਡੇ ਕਿਆ ਲਿਖੋ ਹੋ ਜੰਜਾਲਾ। ਮਹਾਰਾਜ ਕਹਿਣ ਲੱਗੇ ਪੰਡਤ ਜੀ ਸੁਣੋ, ਕਿਆ ਲਿਖੋ ਹੋ ਜੰਜਾਲਾ, ਕਿਹੜੇ ਜੰਜਾਲ ਦੇ ਚੱਕਰ ਵਿੱਚ ਪਏ ਹੋ, ਕੀ ਲਿਖ ਰਹੇ ਹੋ? ਪੰਡਤ ਕਹਿਣ ਲੱਗੇ ਜੀ ਆ ਪੱਟੀਆਂ ਦੇ ਉੱਪਰ ਲਿਖਾ ਰਹੇ ਆ ਓੰਕਾਰ ਸ਼ਿਵਾ, ਓੰਕਾਰ ਬ੍ਰਹਮਾ। ਮਹਾਰਾਜ ਕਹਿੰਦੇ ਭੁਲੇਖੇ ਚੋਂ। ਠੀਕ ਹੈ, ਇਹਨਾਂ ਕੋਲੇ ਤਾਕਤ ਬਹੁਤ ਸੀ, ਗ੍ਰੰਥਾਂ ਨੇ ਮੰਨਿਆ ਇਹਨਾਂ ਕੋਲੇ ਇਹ ਈਸ਼ਰ ਸਰੂਪ ਸੀ, ਬ੍ਰਹਮ ਰੂਪ ਨਹੀਂ ਹੋਏ। ਫਿਰ ਕਿਤੇ ਲੰਮੀ ਵਿਚਾਰ ਕਰਾਂਗੇ ਵੀ
ਦੇਵੀ ਦੇਵਤੇ ਕਿਉਂ ਲੋਚਦੇ ਆ ਮਨੁੱਖਾ ਦੇਹੀ ਨੂੰ। ਜਦੋਂ ਮੈਂ ਸ਼ਾਸਤਰ ਗੁਰੂ ਕਿਰਪਾ ਨਾਲ ਪੜ੍ਹੇ, ਮੈਂ ਕਿਹਾ ਵੀ ਕਿਆ ਬਾਤ ਆ। ਉਹ ਸ਼ਾਸਤਰ ਪੜ੍ਹ ਕੇ ਉਹਨਾਂ ਦੇ ਵਿੱਚੋਂ ਅਰਥ ਸਪਸ਼ਟ ਹੋਇਆ ਵੀ ਇਹ ਕਿਉਂ ਲੋਚਦੇ ਆ। ਕੀ ਗੱਲ ਮਨੁੱਖਾ ਦੇਹੀ ਨੂੰ? ਕਿਉਂਕਿ ਇੱਕ ਪਾਸੇ ਤਾਂ ਕਹਿੰਦੇ ਆ ਦੇਵੀ ਦੇਵਤੇ ਮਨੁੱਖਾ ਦੇਹੀ ਦੇ ਨਾਲ ਉੱਤਮ ਆ, ਪਰ ਦੂਜੇ ਪਾਸੇ ਗੁਰਬਾਣੀ ਵਿੱਚ ਵੀ ਬਚਨ ਆਏ ਮਨੁੱਖਾ ਦੇਹੀ ਨੂੰ ਜਿਹੜੇ ਸੁਰ ਨਾਰ ਮੁਨ ਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ। ਦੇਵੀ ਦੇਵਤੇ ਬ੍ਰਹਮਾ ਸ਼ਿਵ ਜੀ ਵਿਸ਼ਨੂੰ ਹਜੇ ਈਸ਼ਰ ਸਰੂਪ ਹੋਏ ਪਏ ਆ, ਪਰ ਬ੍ਰਹਮ ਰੂਪ ਨਹੀਂ ਹੋਏ। ਅੰਮ੍ਰਿਤ ਜਨਮ ਮਰਨ ਤੋਂ ਰਹਿਤ ਨਹੀਂ ਹੋਏਗੇ। ਸੁਨ ਪਾਂਡੇ ਮਹਾਰਾਜ ਕਹਿਣ ਲੱਗੇ ਪੰਡਤ ਜੀ ਸੁਣੋ, ਕਿਆ ਲਿਖੋ ਹੋ ਜੰਜਾਲਾ, ਕੀ ਜੰਜਾਲ ਦੇ ਚੱਕਰ ਕੀ ਲਿਖ ਰਹੇ ਹੋ, ਕੀ ਲਿਖਾ ਰਹੇ ਹੋ? ਫਿਰ ਕਹਿੰਦੇ ਜੀ ਕੀ ਲਿਖੀਏ? ਮਹਾਰਾਜ ਕਹਿੰਦੇ ਲਿਖ ਰਾਮ ਨਾਮ ਗੁਰਮੁਖ ਗੋਪਾਲਾ। ਗੋ ਕਹਿੰਦੇ ਨੇ ਪ੍ਰithvi ਨੂੰ। ਹੁਣ ਸਿੰਧੀ ਛੇਦ ਕਰਕੇ ਮੈਂ ਅੱਗੇ ਵੀ ਅਰਥ ਕੀਤੇ ਸੀ, ਇਹ ਸਿੰਧੀ ਛੇਦ ਕਰਕੇ ਆਪਾਂ ਵੱਖਰੇ ਵੱਖਰੇ ਕਰਕੇ ਇੱਕ ਸ਼ਬਦ ਦੇ ਇੱਕ ਅੱਖਰ ਤੇ ਲੱਗੀ ਹੋਈ ਮਾਤਰਾ ਇੱਕ ਇੱਕ ਕਰਕੇ ਆਪਾਂ ਅਰਥ ਕਰ ਸਕਦੇ ਹਾਂ। ਗੋ ਕਹਿੰਦੇ ਨੇ, ਗੋ ਦਾ ਅਰਥ ਗਊ ਵੀ ਆ, ਗੋ ਦਾ ਅਰਥ ਗਰੀਬ ਵੀ ਆ। ਹੁਣ ਗੋ ਗਰੀਬ, ਗੋ ਗਊ ਤੇ ਗੋ ਪ੍ਰithvi, ਪਾਲਾ ਪਾਲਣ ਕਰਨ ਵਾਲਾ। ਗੋਪਾਲਾ, ਗੋ ਦਾ ਅਰਥ ਇੰਦਰੇ ਵੀ ਕੀਤਾ ਮਹਾਂਪੁਰਸ਼ਾਂ ਨੇ। ਪਾਲਾ ਇੰਦਰੀਆਂ ਦੀ ਪਾਲਣਾ ਕਰਨ ਵਾਲਾ ਜਿਹੜਾ ਗੋਪਾਲਾ। ਪ੍ਰithvi ਦੀ ਪਾਲਣਾ ਕਰਨ ਵਾਲਾ ਗੋਪਾਲਾ, ਗਰੀਬ ਦੀ ਪਾਲਣਾ ਕਰਨ ਵਾਲਾ ਗੋਪਾਲਾ, ਗਊ ਦੀ ਪਾਲਣਾ ਕਰਨ ਵਾਲਾ ਗੋਪਾਲਾ। ਹੁਣ ਕਹੀਏ ਵੀ ਕੀ ਗਰੀਬ ਦੀ ਪਾਲਣਾ ਕਰਦਾ ਅਮੀਰ ਦੀ ਨਹੀਂ ਕਰਦਾ? ਉਹ ਤੇ ਸਭ ਦੀ ਕਰਦਾ। ਐਸਾ ਨਹੀਂ ਉਹ ਸਭ ਦੀ ਨਹੀਂ ਕਰਦਾ। ਮਹਾਰਾਜ ਕਲਗੀਧਰ ਪਾਤਸ਼ਾਹ ਦੇ ਬੱਚਾ ਨਾ ਦੋਖਣ ਦੇਖਤ ਹੈ ਪਰ ਦੇਤ ਨਾ ਹਾਰੇ। ਸਾਡੇ ਦੁੱਖ ਵੀ ਦੇਖੀ ਜਾਂਦਾ, ਇਹ ਨਹੀਂ ਵੀ ਉਹ ਦੁੱਖ ਦੇਖ ਕੇ, ਜੇ ਸਾਡੇ ਦੁੱਖ ਦੇਖ ਕੇ ਜੇ ਉਹ ਕਹੇ ਵੀ ਮੈਂ ਇਹਨਾਂ ਨੂੰ ਕੁਝ ਦੇਣਾ ਹੀ ਨਹੀਂ, ਉਹਨੂੰ ਮੂਸਾ ਪੈਗੰਬਰ ਹੋਇਆ। ਮੂਸੇ ਪੈਗੰਬਰ ਨੇ ਅੱਲਾ ਦੀ ਅਰਾਧਨਾ ਕੀਤੀ, ਪਰਮਾਤਮਾ ਦੀ ਅਰਾਧਨਾ ਕੀਤੀ। ਅੱਲਾ ਪ੍ਰਗਟ ਹੋਇਆ, ਕਹਿਣ ਲੱਗਾ ਮੂਸਿਆ ਦੱਸ ਕੀ ਚਾਹੀਦਾ? ਮੂਸਾ ਪੈਗੰਬਰ ਕਹਿਣ ਲੱਗਾ ਵੀ ਇੱਕ ਗੱਲ ਆ ਜੀ, ਬੇਨਤੀ ਆ। ਅੱਲਾ ਸਰੂਪ ਕਹਿਣ ਲੱਗਾ ਦੱਸੋ? ਕਹਿੰਦਾ ਜੀ ਤੁਹਾਡੇ ਕੋਲੇ ਬੜੀ ਡਿਊਟੀ ਆ, ਬੜਾ ਕੁਝ ਕਰਦੇ ਹੋ, ਇੱਕ ਅੱਧੀ ਮੈਨੂੰ ਦੇ ਦਿਓ। ਸ੍ਰਿਸ਼ਟੀ ਪੈਦਾ ਕਰਦੇ ਹੋ, ਫਿਰ ਜੀਵਾਂ ਦੀ ਗਿਣਤੀ ਰੱਖਦੇ ਹੋ, ਕੀ ਕੁਝ ਕਰ ਰਹੇ ਹੋ ਤੁਸੀਂ? ਫਿਰ ਪਾਲਣਾ ਕਰਦੇ ਹੋ, ਫਿਰ ਮਾਰਦੇ ਵੀ ਹੋ, ਫਿਰ ਕਿਹੜਾ ਕਰਮ ਕਿਹੜਾ ਕਰ ਰਿਹਾ? ਉਹ ਕਿੰਨਾ ਕੋਈ ਛੋਟੀ ਵਹੀ ਥੋੜੀ ਆ। ਪਰਮਾਤਮਾ ਦੀ ਕੋਈ ਛੋਟੀ ਵਹੀ ਨਹੀਂ ਗੀ, ਪਰ ਉਹ ਇੱਕ ਪਲ ਵਿੱਚ ਕਰੀ ਜਾਂਦਾ। ਅੱਲਾ ਵਾਹਿਗੁਰੂ ਪਰਮਾਤਮਾ ਰੂਪ ਕਹਿਣ ਲੱਗਾ ਦੱਸ ਮੂਸਿਆ ਤੈਨੂੰ ਕੀ ਚਾਹੀਦਾ? ਕਹਿਣ ਲੱਗਾ ਜੀ ਕੁਛ ਵੀ ਦੇ ਦੋ। ਅੱਲਾ ਕਹਿੰਦਾ ਚੰਗਾ ਪਰ ਇਦਾਂ ਕਰੀ, ਇੱਕ ਦਿਨ ਦੀ ਡਿਊਟੀ ਤੈਨੂੰ ਦਿੱਤੀ ਵੀ ਕੱਲ ਸਵੇਰ ਤੋਂ ਲੈ ਕੇ ਸ਼ਾਮ ਨੂੰ ਮੈਂ ਪੁੱਛਾਂਗਾ ਵੀ ਜਿੰਨੇ ਸੰਸਾਰ ਦੇ ਜੀਵ ਜੰਤੂ ਜੋ ਹੈ ਉਹਨਾਂ ਨੂੰ ਰੋਜੀ ਦੇਣੀ ਹੈ। ਕਹਿੰਦਾ 7 ਬੱਚਿਆਂ ਨੂੰ। ਦਿਨ ਚੜਿਆ, ਮੂਸੇ ਨੇ ਸ਼ੁਰੂ ਕਰਤਾ ਕੰਮ, ਡਿਊਟੀ ਲੱਗੀ ਸੀ। ਦੇਈ ਗਿਆ ਰੋਜੀ ਦੇਈ ਗਿਆ। 2 ਛੱਡ ਦਿੱਤੇ। ਜਦੋਂ ਸ਼ਾਮ ਪਈ ਅੱਲਾ ਨੇ ਪੁੱਛਿਆ ਮੂਸਿਆ ਡਿਊਟੀ ਭੁਗਤਾ ਦਿੱਤੀ? ਕਹਿੰਦਾ ਜੀ ਹਾਂ। ਕਿੱਦਾਂ ਭੁਗਤਾਈ? ਕਹਿੰਦਾ ਜੀ ਕੋਈ ਨਹੀਂ ਛੱਡਿਆ। ਕਹਿੰਦੇ ਚੰਗੀ ਤਰ੍ਹਾਂ ਸੋਚ ਲਾ। ਨਾ ਜੀ ਨਾ, ਕੋਈ ਰਿਹਾ ਹੀ ਨਹੀਂ। ਕਹਿੰਦੇ ਫੇਰ ਸੋਚ ਲਾ। ਫਿਰ ਸੋਚ ਕੇ ਕਹਿੰਦਾ ਜੀ ਹਾਂ। ਇੱਕ ਤਾਂ ਸੂਰ ਨੂੰ ਛੱਡ ਦਿੱਤਾ, ਉਹ ਗੰਦਗੀ ਖਾਂਦਾ ਸੀ। ਇੱਕ ਉਹ ਬੰਦਾ ਜਿਹੜਾ ਕਬਰ ਦੇ ਵਿੱਚੋਂ ਕਬਰ ਪੁੱਟ ਕੇ ਇਸਤਰੀ ਕੱਢ ਕੇ ਉਹਦੇ ਨਾਲ ਬੁਰਾ ਕਰਮ ਭੋਗ ਰਿਹਾ ਸੀਗਾ। ਮੈਨੂੰ ਕਰਮ ਨਹੀਂ ਚੰਗਾ ਲੱਗਿਆ। ਪਰਮਾਤਮਾ ਹੱਸਿਆ, ਬਹੁਤ ਹੱਸਿਆ। ਕਹਿਣ ਲੱਗਾ ਮੂਸਿਆ ਜੇ ਮੈਂ ਇਹਨਾਂ ਦੇ ਕਰਮ ਦੇਖਾਂ ਤੇ ਸਾਰੀ ਦੁਨੀਆ ਭੁੱਖੀ ਮਾਰਦਾ, ਕਿਉਂਕਿ ਹਮ ਅਵਗਣ ਭਰੇ ਇੱਕ ਗੁਣ ਨਾਹੀ। ਔਗਣਾਂ ਦੇ ਭਰੇ ਪਏ ਆ, ਪਤਾ ਨਹੀਂ ਕਿੰਨੇ ਔਗਣ। ਜਿੱਤਾ ਸਮੁੰਦ ਸਾਗਰ ਨੀਰ ਭਰਿਆ ਤੇਤੇ ਔਗਣ ਹਮਾਰੇ। ਮਹਾਰਾਜ ਕਹਿਣ ਲੱਗੇ ਮੂਸਿਆ ਜੇ ਮੈਂ ਇਹਨਾਂ ਦੇ ਔਗਣ ਦੇਖਾਂ,
ਔਗਣ ਦੇਖਤ ਹੈ ਪਰ ਦੇਤ ਨਾ ਹਾਰੇ, ਫਿਰ ਵੀ ਦੇਈ ਜਾਂਦਾ। ਹੁਣ ਗੁਰੂ ਨਾਨਕ ਨੇ 13 13 ਐਵੇਂ ਨਹੀਂ ਤੋਲੀ। 13 ਦਾ ਅਰਥ ਕੀ ਹੈ ਉੱਥੇ, ਇਹ ਨਹੀਂ। ਇਸੇ ਕਰਕੇ ਕਿਹਾ ਦੱਦਾ ਦਾਤਾ ਇੱਕ ਹੈ ਸਭ ਕੋ ਦੇਵਨਹਾਰ। ਦੁਨਿਆਵੀ ਜਿਹੜਾ ਦਾਤਾ ਹੈ ਉਹ ਜਦੋਂ ਦੇਵੇਗਾ ਕਦੇ ਵੀ ਲੇਖਾ ਮੰਗ ਸਕਦਾ, ਬੰਦਾ ਕਦੇ ਵੀ ਮੰਗੇਗਾ, ਪਰ ਰੱਬ ਦੇ ਕੇ ਕਦੇ ਲੇਖਾ ਨਹੀਂ ਮੰਗਦਾ। ਕਦੇ ਲੇਖਾ ਮੰਗਿਆ ਉਹਨੇ? ਗੁਰੂ ਨਾਨਕ ਨੇ 13 13 ਕਰਕੇ ਤਾਂ ਹੀ ਤੋਲਿਆ, ਅੱਜ ਤੱਕ ਵੀ ਚੱਲੀ ਜਾਂਦੀ ਤੱਕੜੀ ਉਹਦੀ। ਚੱਲ ਭਾਈ ਉੱਥੇ ਨਹੀਂ ਪੁੱਛਿਆ ਤੂੰ ਗਰੀਬ ਆ ਤੂੰ ਅਮੀਰ ਆ, ਨਾ 13 ਹੀ 13 ਬਸ ਤੋਲੀ ਗਏ। ਉੱਥੇ ਇਹ ਨਹੀਂ ਦੇਖਿਆ ਇਹ ਗੰਦਾ ਬੰਦਾ, ਇਹ ਚੰਗਾ ਬੰਦਾ, ਇਹ ਔਗਣਹਾਰਾ ਬੰਦਾ, ਇਹ ਭੈੜਾ ਬੰਦਾ, ਇਹ ਮਾੜਾ ਬੰਦਾ, ਇਹ ਵਿਚਾਰੀ ਬੰਦਾ, ਇਹ ਗਾਲਾਂ ਕੱਢਦਾ, ਉਹ ਕਰਦਾ, ਐ ਕਰਦਾ। ਨਾ ਨਾ ਨਾ, ਵਿਚਾਰ ਤੇ ਕੀਤੀ ਨਹੀਂ, ਦ੍ਰਿਸ਼ਟੀ ਵਿੱਚ ਤਾਂ ਹੈ ਹੀ ਨਹੀਂ ਆ ਕਿੱਦਾਂ ਦਾ ਉਹ ਕਿੱਦਾਂ ਦਾ। ਤੱਕੜੀ ਫੜੀ ਆ 13 ਹੀ 13। ਹੁਣ ਮਹਾਰਾਜ ਇੱਥੇ ਉਹੀ ਗੱਲ ਕਹਿ ਰਹੇ ਨੇ, ਗੋਪਾਲਾ ਜਿਹੜਾ ਹਰ ਵੇਲੇ ਸਾਰਿਆਂ ਦੀ ਪਾਲਣਾ ਕਰਦਾ। ਲਿਖ ਰਾਮ ਨਾਮ ਗੁਰਮੁਖ, ਕੱਖੇ ਨੂੰ ਸਿਹਾਰੀ ਆ, ਇੱਕ ਦਾ ਵਾਚਕ ਆ, ਇੱਕ ਗੁਰੂ ਜਿਹੜਾ ਪੂਰਾ, ਪੂਰੇ ਗੁਰੂ ਤੋਂ ਉਪਦੇਸ਼ ਲੈ ਕੇ ਲਿਖ ਰਾਮ ਨਾਮ। ਮਹਾਰਾਜ ਕਹਿਣ ਲੱਗੇ ਰਾਮ ਨਾਮ ਆਪਣੇ ਹਿਰਦੇ ਦੇ ਵਿੱਚ ਪੰਡਤ ਜੀ ਲਿਖ ਲਵੋ, ਬੱਚਿਆਂ ਨੂੰ ਵੀ ਲਿਖਾਵੋ।